ਪਿੱਛੇ ਜੇ ਇੱਕ ਵੀਡੀਓ ਵੀ ਫਰੀਦਕੋਟ ਤੁਸੀਂ ਵੀਡੀਓ ਦੇਖੀ ਦੁੱਖ ਦੀ ਗੱਲ ਇਹ ਹੈ ਕਿ ਗੁਰਦੁਆਰਾ ਸਾਹਿਬ ਚੋਂ ਮੈਂ ਨਹੀਂ ਕਹਿੰਦੀ ਕਿ ਪ੍ਰਧਾਨ ਕਿਸੇ ਨੇ ਕੁਝ ਲੈਣਾ ਹੋਏਗਾ। ਆਮ ਤੌਰ ਤੇ ਇਹਨੂੰ ਰੱਖਣਾ ਤੇ ਪ੍ਰਬੰਧ ਤੱਕ ਚਾਹੀਦਾ ਹੈ, ਲੇਕਿਨ ਉਹ ਚੌਧਰ ਤੱਕ ਆ ਗਿਆ। ਐਸਜੀਪੀਸੀ ਨੇ ਇੱਕ ਮੁਹਿੰਮ ਵੀ ਆਰੰਭੀ ਸੀ ਗੁਰਦੁਆਰਿਆਂ ਨੂੰ ਇੱਕ ਕਰਨ ਦੀ, ਪਰ ਮੰਨਦਾ ਕੋਈ ਨਹੀਂ ਜੀ। ਸਾਨੂੰ ਅੱਗੋਂ ਕਹਿ ਦਿੰਦੇ ਕਿ ਲਓ ਜੀ ਹੁਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਾਉਣੀ ਹੈ, ਉਹਨਾਂ ਸਗਾ ਜ਼ਿਆਦਾ ਪ੍ਰਚਾਰ ਕਰਾਉਣਾ ਕਿ ਉਹਨਾਂ ਨੇ ਗੁਰਦੁਆਰੇ ਹੀ ਬੰਦ ਕਰਾਉਣੇ ਸ਼ੁਰੂ ਕਰਤੇ। ਹੁਣ ਉਨਾ ਹੀ ਨੁਕਸਾਨ ਹੋ ਰਿਹਾ ਕਿ ਜਿੰਨੇ ਜ਼ਿਆਦਾ ਗੁਰਦੁਆਰੇ ਬਣ ਗਏ ਉਨੀਆਂ ਲੜਾਈਆਂ ਗੁਰਦੁਆਰੇ 'ਚ ਹੋ ਗਈਆਂ। ਬਹੁਤ ਸਾਰੇ ਲੋਕ ਜਾਂ ਜਿਹੜੇ ਵਿਰੋਧੀ ਨੇ ਜਿਹੜੇ ਉਹ ਇਹ ਕਹਿੰਦੇ ਨੇ ਕਿ ਜਿਹੜੀਆਂ ਜ਼ਮੀਨਾਂ ਨੇ ਐਸਜੀਪੀਸੀ ਦੇ ਗੁਰਦੁਆਰਿਆਂ ਦੀਆਂ ਉਹ ਆਪਣੇ ਜਿਹੜੇ ਨਜ਼ਦੀਕੀ ਨੇ ਉਹਨਾਂ ਨੂੰ ਲੀਜ਼ ਉੱਤੇ ਦਿੱਤੀਆਂ ਹੋਈਆਂ ਨੇ। ਗੋਲਕਾਂ ਦਾ ਪੈਸਾ ਹੈ ਜਿਹੜਾ ਉਹ ਸਹੀ ਥਾਂ ਤੇ ਨਹੀਂ ਵਰਤਿਆ ਜਾ ਰਿਹਾ, ਅਕਾਲੀ ਦਲ ਦੇ ਪ੍ਰਚਾਰ ਵਾਸਤੇ ਵਰਤਿਆ ਜਾ ਰਿਹਾ। ਸ਼੍ਰੋਮਣੀ ਅਕਾਲੀ ਦਲ ਵੀ ਜੇ ਪੰਜਾਬੀ ਸੂਬਾ ਲੱਗਾ ਦਾ ਮੋਰਚਾ ਲੱਗਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਣ ਕੇ ਖੜੋ। ਜੇ ਲੋਕੀ ਇਹ ਸਮਝਦੇ ਨਾ ਹੁਣ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਇਕੱਠੀ ਹੈ, ਤੇ ਜਦੋਂ ਚੋਣਾਂ ਹੁੰਦੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਨੂੰ ਜ਼ਿਆਦਾ ਜਿਤਾ ਕੇ ਭੇਜਦੇ ਨੇ। ਵੋਟਾਂ ਤੇ ਸਿੱਖ ਹੀ ਪਾਉਂਦੇ ਆ, ਸਿੱਖਾਂ ਨੇ ਚੁਣਿਆ ਹੁੰਦਾ ਮੈਂਬਰ, ਤੇ ਫਿਰ ਸਿੱਖ ਜਿਹੜੇ ਇਹ ਚੁਣ ਕੇ ਭੇਜਦੇ ਆ। ਇਹਦਾ ਮਤਲਬ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਦੇਖਣਾ ਚਾਹੁੰਦੇ। ਕਿਸੇ ਵੇਲੇ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਜਿਹੜਾ ਉਹ ਤੰਬਾਕੂ ਦੇ ਖੇਤ ਚੋਂ ਨਹੀਂ ਨਿਕਲਿਆ ਸੀ, ਪਰ ਅੱਜ ਜਿਹੜਾ ਤੰਬਾਕੂ ਹੈ ਉਹ ਗੁਰੂ ਦੀ ਹਦੂਦ ਤੱਕ ਪਹੁੰਚ ਚੁੱਕਿਆ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ 'ਚ ਨਹੀਂ ਆਉਂਦਾ। ਇਹ ਤੰਬਾਕੂ ਜਿਹੜਾ ਇਹ ਤੇ ਵੈਸੇ ਹੀ ਸਰਕਾਰਾਂ ਨੂੰ ਬੰਦ ਕਰਨਾ ਪਏਗਾ। ਜਿਹੜੇ ਸਰਕਾਰਾਂ ਦੇ ਕੰਮ ਸਰਕਾਰਾਂ ਨਹੀਂ ਕਰਦੀਆਂ, ਜਿਹੜੀ ਸਾਡੀ ਸੰਸਥਾ ਦਾ ਕੰਮ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹ ਨਹੀਂ ਕਰਦਾ। ਹੁਣ ਜੇ ਕੋਈ ਉੱਥੇ ਲਾਗੇ ਛਾਗੇ ਗਲਤੀ ਕਰਦਾ ਹੈ, ਇਹ ਤਾਂ ਕਰਨ ਵਾਲਿਆਂ ਦੀ ਬੇਵਕੂਫੀ ਹੈ ਨਾ। ਰਾਜਵਾਨਾ ਸਾਹਿਬ ਜੀ ਦਾ ਵਕੀਲ ਜਿਹੜਾ ਉਹ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੂੰ ਫਾਂਸੀ ਦੀ ਰੁਕਾਵਟ ਸ਼੍ਰੋਮਣੀ ਅਕਾਲੀ ਦਲ ਨੇ ਵੀ ਉਦੋਂ ਸਰਕਾਰ ਸੀ, ਉਹਨਾਂ ਨੇ ਰੁਕਾਵਟ ਕਰਾਈ। ਹਰ ਮਹੀਨੇ ਜਿਹੜੀ ਪੇਸ਼ੀ ਹੁੰਦੀ ਹੈ ਉਹਦੀ ਫੀਸ ਪੇ ਭੈਣ ਜੀ ਆ ਕੇ ਚੈੱਕ ਅਸੀਂ ਦਿੰਦੇ ਉਹਨਾਂ ਨੂੰ, ਉਹਦੀ ਪੇਸ਼ੀ ਦਾ ਮੇਰੇ ਖਿਆਲ 10 ਲੱਖ ਰੁਪਇਆ ਉਹਦਾ ਚੈੱਕ ਜਾਂਦਾ। ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਚਾਹੀਦਾ ਕਿ ਜੇਲ੍ਹਾਂ ਵਿੱਚ ਸਾਰਾ ਸਰਵੇ ਕਰਾਉਣ ਔਰ ਜਿਹੜੇ ਵੀ ਲੋਕ ਅੰਦਰ ਸਜ਼ਾਵਾਂ ਪੂਰੀਆਂ ਕਰਕੇ ਬਿਨਾਂ ਮਦਦ ਤੋਂ ਬੈਠੇ ਹੈ ਉਹਨਾਂ ਸਾਰਿਆਂ ਨੂੰ ਬਾਹਰ ਕੱਢਣਾ ਚਾਹੀਦਾ। ਦ੍ਰੋਪਦੀ ਮੁਰਮੂ ਦਾ ਸਮਰਥਨ ਕੀਤਾ ਗਿਆ ਕਿ ਉਸ ਵੇਲੇ ਕੋਈ ਸਮਝੌਤਾ ਹੋਇਆ। ਬੀਬੀ ਕਮਲਦੀਪ ਕੌਰ ਰਾਜੋਆਣਾ ਹੋਰਾਂ ਨੇ ਵੀ ਕਿਹਾ ਸੀਗਾ ਕਿ ਬਿਨਾਂ ਸ਼ਰਤ ਸਮਰਥਨ ਨਾ ਦਿੱਤਾ ਜਾਵੇ। ਪ੍ਰਧਾਨ ਜੀ ਨੇ ਕਿਹਾ ਕਿ ਰਾਸ਼ਟਰਪਤੀ ਦੀ ਚੋਣ ਹੈ, ਸਾਡਾ ਫਰਜ਼ ਬਣਦਾ ਕਿ ਇਹਦੇ ਚੋਣ ਵਿੱਚ ਬਾਈਕਾਟ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਭਵਿੱਖ ਕੀ ਦੇਖਦੇ ਹੋ ਪਾਰਟੀ ਦਾ ਕਿ ਇਹ ਪਾਰਟੀ ਆਪਣੇ ਦਮ ਦੇ ਉੱਤੇ ਪੰਜਾਬ ਦੇ ਵਿੱਚ ਸਰਵਾਈਵ ਕਰ ਪਾਊਗੀ? ਦੇਖਿਆ ਜਾਵੇ ਸ਼੍ਰੋਮਣੀ ਅਕਾਲੀ ਦਲ ਤੇ ਸਰਕਾਰ ਬਣਾਉਣ ਵਾਸਤੇ ਤੁਰੀ ਨਹੀਂ ਸੀ। ਸ਼੍ਰੋਮਣੀ ਅਕਾਲੀ ਦਲ ਤੇ ਸਿੱਖਾਂ ਨੇ ਬਣਾਈ ਪਾਰਟੀ ਇਸ ਲਈ ਸੀ ਕਿ ਸੰਘਰਸ਼ ਕਰਨ ਜ਼ੁਲਮ ਦੇ ਖਿਲਾਫ। ਲੇਕਿਨ ਦੁੱਖ ਦੀ ਗੱਲ ਹੈ ਕਿ ਅੱਜ ਲੋਕ ਉਸ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਧੱਕਾ ਲਾਉਣਾ ਚਾਹੁੰਦੇ ਹੈ। ਹਰ ਸਿੱਖ ਦੇ ਵਿੱਚ ਮਨ ਵਿੱਚ ਦਰਦ ਹੈ, ਹਰ ਪੰਜਾਬੀ ਦੇ ਮਨ ਵਿੱਚ ਦਰਦ ਹੈ, ਔਰ ਸਾਨੂੰ ਟੈਲੀਫੋਨਾਂ ਦੇ ਉੱਤੇ ਕਹਿੰਦੇ ਹੈ ਕਿਤੇ ਵੇਖਿਓ ਸ਼੍ਰੋਮਣੀ ਅਕਾਲੀ ਦਲ ਮਰਨਾ ਚਾਹੀਦਾ। ਪੰਜਾਬ KTV ਦੇਖ ਰਹੇ ਹੋ ਤੁਸੀਂ, ਮੈਂ ਮਨਦੀਪ ਸਿੰਘ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖਾਂ ਦੀ ਪਾਰਲੀਮੈਂਟ ਜੋ ਕਿ ਏਸ਼ੀਆ ਦੀ ਸਭ ਤੋਂ ਪੁਰਾਣੀ ਪਾਰਲੀਮੈਂਟ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੌਜੂਦਾ ਦੌਰ ਦੇ ਵਿੱਚ ਕਿਹਨਾਂ ਹਾਲਾਤਾਂ ਦੇ ਵਿੱਚੋਂ ਲੰਘ ਰਹੀ ਹੈ, ਕਿਸ ਸੰਘਰਸ਼ ਦੇ ਵਿੱਚੋਂ ਗੁਜ਼ਰੀ ਹੈ ਅਤੇ ਇਸ ਪਾਰਟੀ ਦਾ ਅਤੇ ਐਸਜੀਪੀਸੀ ਦਾ ਭਵਿੱਖ ਕੀ ਹੋਵੇਗਾ, ਕਿਉਂਕਿ ਸਿੱਖਾਂ ਦਾ ਭਵਿੱਖ ਐਸਜੀਪੀਸੀ ਦੇ ਨਾਲ ਵੀ ਜੁੜਿਆ ਹੋਇਆ। ਤਾਂ ਇਹ ਸਭ ਗੱਲਾਂ ਦੇ ਉੱਤੇ ਵਿਚਾਰ ਕਰਨ ਦੇ ਲਈ ਸਾਡੇ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਅਤੇ ਐਸਜੀਪੀਸੀ ਦੇ ਪਹਿਲਾ ਮਹਿਲਾ ਪ੍ਰਧਾਨ ਹੋਣ ਦਾ ਜਿਨ੍ਹਾਂ ਨੂੰ ਮਾਣ ਹਾਸਲ ਹੈ, ਬੀਬੀ ਜਗੀਰ ਕੌਰ ਜੀ ਹਾਜ਼ਰ ਨੇ ਸਾਡੇ ਨਾਲ। ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਉਹਨਾਂ ਦੇ ਨਾਲ ਗੱਲਬਾਤ ਦੀ ਸਾਂਝ ਪਾਉਂਦੇ ਹਾਂ। ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ KTV ਦੇ ਸਰੋਤਿਆਂ ਨੂੰ ਜਿੱਥੇ ਮੈਂ ਫਤਿਹ ਅਰਜ਼ ਕਰਦੀ ਹਾਂ, ਧੰਨਵਾਦ ਵੀ ਹੈ ਕਿ ਤੁਸੀਂ ਮੌਕਾ ਦਿੱਤਾ ਕਿ ਮੈਂ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕਰ ਸਕਾਂ। ਜੀ, ਤਾਂ ਤੁਸੀਂ ਮੌਜੂਦਾ ਦੌਰ ਦੇ ਵਿੱਚ ਕਿੱਥੇ ਕੁ ਦੇਖ ਰਹੇ ਹੋ? ਸਭ ਤੋਂ ਪਹਿਲਾਂ ਤਾਂ ਗੱਲ ਕਰਨੀ ਚਾਹਾਂਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਸਿੱਖਾਂ ਦੀ ਪਾਰਲੀਮੈਂਟ ਹੈ, ਅਕਸਰ ਪਾਰਲੀਮੈਂਟ ਜੋ ਫੈਸਲੇ ਕਰ ਦੇਵੇ ਤਾਂ ਜਨਤਾ ਉਸ ਫੈਸਲੇ ਦੇ ਖਿਲਾਫ ਨਹੀਂ ਜਾਂਦੀ, ਪਰ ਮੌਜੂਦਾ ਦੌਰ ਦੇ ਵਿੱਚ ਪਾਰਲੀਮੈਂਟ ਦੇ ਉੱਤੇ ਜਿਹੜੀ ਸਿੱਖਾਂ ਦੀ ਪਾਰਲੀਮੈਂਟ ਹੈ ਉਸ ਨੂੰ ਚੁਣਾਉਣ ਵਾਲੀ ਨੁਮਾਇੰਦਗੀ ਧਿਰ ਦੇ ਉੱਤੇ ਵੀ ਸਵਾਲ ਖੜੇ ਹੋ ਰਹੇ ਨੇ। ਕਿੱਥੇ ਕੁ ਦੇਖ ਰਹੇ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਕਰ ਰਹੀ ਹੈ, ਕਿੱਥੇ ਖੜੀ ਹੈ ਇਸ ਵੇਲੇ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਵਉੱਚ ਸੰਸਥਾ ਵਜੋਂ ਜਾਣੀ ਜਾਂਦੀ ਹੈ ਜੀ। ਮਹਾਨ ਸੰਸਥਾ ਵਜੋਂ ਸਤਿਕਾਰ ਦਿੱਤਾ ਜਾਂਦਾ ਹੈ ਕਿਉਂਕਿ ਇਸ ਦਾ ਇਤਿਹਾਸ ਬਹੁਤ ਮਹਾਨ ਹੈ। ਸੰਘਰਸ਼ ਵਿੱਚੋਂ ਨਿਕਲੀ ਹੋਈ ਪਾਰਟੀ ਹੈ, ਸੰਸਥਾ ਹੈ ਜੀ। ਕੁਰਬਾਨੀਆਂ ਵਿੱਚੋਂ ਇਹ ਨਿਕਲੀ ਹੋਈ ਸੰਸਥਾ ਹੈ ਜੀ। ਸਾਡੇ ਬਜ਼ੁਰਗਾਂ ਦੇ ਖੂਨ ਦੇ ਨਾਲ ਸਿੰਜੀ ਹੋਈ ਹੈ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੰਸਥਾ ਹੈ। ਸੀਨੇ ਦੀ ਮਿੱਝ ਜਿਹੜੀ ਹੈ ਖੁਰਾਕ ਬਣ ਕੇ ਇਸ ਨੂੰ ਪਾਲਿਆ ਸਿੱਖਾਂ ਨੇ, ਤੇ ਇਹਨੂੰ ਉਨੀ ਹੀ ਮਹਾਨਤਾ ਕੌਮ ਦਿੰਦੀ ਹੈ ਜਿੱਡਾ ਵੱਡਾ ਇਹਦਾ ਇਤਿਹਾਸ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਸਿੱਖ ਕੌਮ ਇਹ ਆਸ ਕਰਦੀ ਹੈ ਕਿ ਸਾਰੇ ਜਿਹੜੇ ਗੁਰਧਾਮ ਹੈ ਸਾਡੇ, ਉਹਨਾਂ ਦੀ ਸੇਵਾ ਸੰਭਾਲ ਗੁਰਮਤਿ ਅਨੁਸਾਰ, ਧਰਮ ਪ੍ਰਚਾਰ ਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦੇ ਨਾਲ ਪ੍ਰਸਾਰ, ਅਤੇ ਸਾਰੀ ਕੌਮ ਨੂੰ ਇਹ ਮਾਣ ਹੋਵੇ ਕਿ ਜਦੋਂ ਉੱਥੇ ਜਾ ਕੇ ਝੁਕਦੇ ਹੈ ਤਾਂ ਸਭਨਾਂ ਨੂੰ ਗੁਰੂ ਪਾਤਸ਼ਾਹ ਜੇ ਬੁੱਕਲ ਵਿੱਚ ਲੈਂਦੇ ਹੈ ਤਾਂ ਉਹ ਸੰਸਥਾ ਕੋਲੋਂ ਵੀ ਉਸੇ ਤਰ੍ਹਾਂ ਦਾ ਹੀ ਸਤਿਕਾਰ ਮੰਗਦੀ। ਲੰਬੇ ਸਮੇਂ ਤੋਂ 100 ਸਾਲ, ਤਕਰੀਬਨ 101 ਸਾਲ ਹੋ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੌਮ ਦੀ ਸੇਵਾ ਕਰਦੀ ਆ ਰਹੀ ਹੈ। ਬੜਾ ਧਰਮ ਪ੍ਰਚਾਰ ਦੀ ਲਹਿਰ ਵੀ ਬੜੀ ਚੱਲੀ ਹੈ, ਗੁਰਮਤਿ ਦਾ ਪ੍ਰਚਾਰ ਪ੍ਰਸਾਰ ਵੀ ਬੜਾ ਚੱਲਿਆ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਵੀ ਬਹੁਤ ਵੱਡਾ ਲੋਕਾਂ ਦੇ ਵਿੱਚ ਪ੍ਰਸਾਰ ਕੀਤਾ। ਇੱਥੋਂ ਤੱਕ ਕਿ 100 ਦੇ ਕਰੀਬ ਐਜੂਕੇਸ਼ਨ ਸੰਸਥਾਵਾਂ ਵੀ ਬਣਾਈਆਂ, ਹਸਪਤਾਲ ਚੱਲਦੇ ਹੈ, ਇੰਜੀਨੀਅਰਿੰਗ ਕਾਲਜ, ਮੈਡੀਕਲ ਕਾਲਜ, ਮੈਡੀਕਲ ਯੂਨੀਵਰਸਿਟੀ, ਵੱਖ-ਵੱਖ ਖੇਤਰਾਂ ਦੇ ਵਿੱਚ ਸੇਵਾਵਾਂ ਨਿਭਾ ਰਹੀ ਹੈ। ਅੱਜ ਜਿਹੜਾ ਇਹਦਾ ਇਸ ਵੇਲੇ ਦਾ ਸਮਾਂ ਚੱਲ ਰਿਹਾ, ਮੈਂ ਸਮਝਦੀ ਹਾਂ ਕਿ ਕੁਝ ਜਿਹੜੇ ਸਿੱਖ ਹੈ ਵੱਖ-ਵੱਖ ਪਾਰਟੀਆਂ ਵਿੱਚ ਜਾਣ ਕਰਕੇ ਤਾਂ ਉਹ ਸ਼੍ਰੋਮਣੀ ਅਕਾਲੀ ਦਲ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਨੇ ਉਹ ਸੰਸਥਾ ਬਣਾਈ ਸੀ ਜਿਹੜੀ ਕਿ ਸਿਆਸੀ ਤੌਰ 'ਤੇ, ਰਾਜਨੀਤਿਕ ਤੌਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ੈਲਟਰ ਬਣ ਕੇ ਰਹੇ। ਜਿੰਨੇ ਗੁਰਧਾਮਾਂ ਦੀ ਸੇਵਾ ਸੰਭਾਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ, ਲੇਕਿਨ ਜੇ ਕਿਸੇ ਵੀ ਕੌਮ ਦੇ ਉੱਤੇ ਆਫਤ ਆਉਂਦੀ ਹੈ, ਕਿਤੇ ਜ਼ੁਲਮ ਹੁੰਦਾ ਹੈ, ਕਿਤੇ ਵਿਤਕਰੇ ਹੁੰਦੇ ਹੈ, ਬੇਇਨਸਾਫੀ ਹੁੰਦੀ ਹੈ, ਜਾਂ ਕਿਸੇ ਕਿਸਮ ਦੀ ਕੌਮ ਨੂੰ ਇਹਨਾਂ ਸੰਸਥਾਵਾਂ ਨੂੰ ਜਾਂ ਕੌਮ ਨੂੰ ਢਾਹ ਲੱਗਦੀ ਹੈ, ਤੇ ਸ਼੍ਰੋਮਣੀ ਅਕਾਲੀ ਦਲ ਸੰਘਰਸ਼ ਕਰੇ ਜੀ। ਐਕਚੁਅਲੀ ਸ਼੍ਰੋਮਣੀ ਅਕਾਲੀ ਦਲ ਬਣਾਏ ਇਸ ਕਰਕੇ ਸੀ ਸਿੱਖਾਂ ਨੇ। ਸ਼ਾਇਦ ਸ਼੍ਰੋਮਣੀ ਅਕਾਲੀ ਦਲ ਨੇ ਸੰਘਰਸ਼ ਕੀਤੇ ਵੀ ਬੜੇ ਹੈ, ਭਾਵੇਂ ਉਹ ਕੋਈ ਐਮਰਜੈਂਸੀ ਲੜਾਈ ਹੋਈ, ਪੰਜਾਬੀ ਸੂਬੇ ਦੀ ਲੜਾਈ ਹੋਈ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਣਾਉਣ ਵਿੱਚ, ਐਕਟ ਬਣਾਉਣ ਵਿੱਚ ਵੀ ਬਹੁਤ ਵੱਡਾ ਸੰਘਰਸ਼ ਜਿਹੜਾ ਇਹਨਾਂ ਨੇ ਕੀਤਾ। ਮੋਰਚੇ ਲੱਗੇ, ਨਨਕਾਣਾ ਸਾਹਿਬ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ, ਹੁਣ ਇਹ ਪੰਜਾ ਸਾਹਿਬ ਦਾ ਇਹ ਸ਼ਤਾਬਦੀ ਮਨਾ ਰਹੇ ਹੈ, ਉਸ ਮੋਰਚੇ ਵਿੱਚ, ਚਾਬੀਆਂ ਦੇ ਮੋਰਚੇ 'ਚ ਬਹੁਤ ਵੱਡੀ ਭੂਮਿਕਾ ਨਿਭਾਈ। ਮੈਂ ਇਹ ਕਹਿ ਸਕਦੀ ਹਾਂ ਕਿ ਪੰਜਾਬ ਦੀ ਸਰਕਾਰ ਜਦੋਂ ਵੀ ਕਿਤੇ ਹੋਂਦ ਚਾਹੁੰਦੀ ਹੈ, ਉਹ ਸਿੱਖਾਂ ਦੀ ਸ਼ਮੂਲੀਅਤ ਕਰਕੇ ਵੱਡਾ ਮਾਣ ਲੈਂਦੀ। ਸਿੱਖ ਵੀ ਭਾਵੇਂ ਉਹ ਬਾਰਡਰ 'ਤੇ ਖੜੇ ਹੈ, ਭਾਵੇਂ ਉਹ ਕਿਸੇ ਥਾਂ 'ਤੇ ਵੀ ਉੱਤੇ ਮਿੱਟੀ ਦੀ ਰਾਖੀ ਕਰਨ ਵਾਸਤੇ ਖੜੇ ਹੈ, ਦੇਸ਼ ਦੀ ਮਿੱਟੀ ਦੀ, ਤੇ ਮੇਰਾ ਖਿਆਲ ਆਪਣੀਆਂ ਜਾਨਾਂ ਵਾਰ ਦਿੰਦੇ ਹੈ, ਆਪਣੀ ਹਿੱਕ 'ਤੇ ਗੋਲੀ ਚੱਲਣਗੇ, ਪਿੱਠ 'ਤੇ ਨਹੀਂ ਕਰੀ ਚੱਲਣਗੇ। ਇਹ ਖਿਆਲ ਦਾ ਸਾਨੂੰ ਮਾਣ ਹੈ ਸ਼ਹੀਦਾਂ ਦਾ। ਹੁਣ ਜਦੋਂ ਇਸ ਸਮੇਂ ਦੇ ਵਿੱਚ ਸਿੱਖ, ਕਿਉਂਕਿ ਵੱਖ-ਵੱਖ ਪਾਰਟੀਆਂ ਵਿੱਚ ਕੁਦਰਤੀ ਹੈ ਰਾਜਨੀਤਿਕ ਤੌਰ 'ਤੇ ਵੰਡੇ ਹੋਏ, ਔਰ ਬਹੁਤ ਸਾਰੀਆਂ ਸੰਸਥਾਵਾਂ ਵੀ ਧਾਰਮਿਕ ਬਣ ਗਈਆਂ, ਚੰਗੀ ਗੱਲ ਹੈ, ਓਨਾ ਹੀ ਪ੍ਰਚਾਰ ਪ੍ਰਸਾਰ ਹੋਏਗਾ, ਔਰ ਉਹ ਸਿੱਖ ਸੰਸਥਾਵਾਂ ਕੋਸ਼ਿਸ਼ ਕਰਦੀਆਂ ਕਿ ਵੱਧ ਤੋਂ ਵੱਧ ਧਰਮ ਦਾ ਪ੍ਰਚਾਰ ਕੀਤਾ ਜਾਏ। ਲੇਕਿਨ ਜਿਹੜੀ ਸਿਆਸਤ ਹੈ ਉਹਦੇ ਵਿੱਚ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵੀ ਬੜੀ ਵਾਰੀ ਆਪਣੀ ਰਾਜ ਸੱਤਾ ਪ੍ਰਾਪਤ ਕਰ ਚੁੱਕੀ ਹੈ, ਸ਼੍ਰੋਮਣੀ ਅਕਾਲੀ ਦਲ ਕੋਲੋਂ ਲੋਕਾਂ ਨੂੰ ਆਸਾਂ ਵੀ ਬੜੀਆਂ ਹੁੰਦੀਆਂ, ਪਰ ਜਦੋਂ ਕਿਤੇ ਕੋਈ ਐਸੀ ਠੇਸ ਪਹੁੰਚ ਜਾਂਦੀ ਹੈ ਜਿੱਥੇ ਮਾਣ ਮਰਿਆਦਾ ਨੂੰ ਠੇਸ ਪਹੁੰਚਦੀ ਹੈ, ਉੱਥੇ ਕੌਮ ਨੂੰ ਬਹੁਤ ਵੱਡਾ ਦਰਦ ਹੁੰਦਾ ਹੈ। ਜਿੱਥੇ ਕਿਤੇ ਸਿਧਾਂਤਾਂ ਦਾ ਕਤਲ ਹੋ ਜਾਵੇ, ਉੱਥੇ ਹੀ ਕੌਮ ਨੂੰ ਬੜਾ ਵੱਡਾ ਦਰਦ ਹੁੰਦਾ ਹੈ। ਉਹ ਜਿਹੜਾ ਪੀੜਾ ਹੁੰਦੀ ਹੈ, ਉਹ ਜਿਹੜਾ ਦਰਦ ਹੁੰਦਾ, ਉਹਦੇ ਵਿੱਚੋਂ ਨੈਗੇਟਿਵਿਟੀ ਜਿਹੜੀ ਹੈ ਉਹ ਨਿਕਲਦੀ ਹੈ। ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਨੈਗੇਟਿਵਿਟੀ ਨਿਕਲਦੀ ਹੈ, ਤੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੋਕ ਜਿਹੜੇ ਹੈ ਉਹ ਕਿੰਤੂ ਪਰੰਤੂ ਕਰਨ ਲੱਗ ਜਾਂਦੇ, ਕਿਉਂਕਿ ਉਹਨਾਂ ਦੇ ਮਨ 'ਚ ਇੱਕ ਗੱਲ ਬੈਠੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਨੇ, ਇਹ ਪੂਰਕ ਹੈ ਇੱਕ ਦੂਜੇ ਦੇ, ਤੇ ਪੂਰਕ ਹੋਣ ਕਰਕੇ ਉਹ ਮਹਿਸੂਸ ਕਰਦੇ ਹੈ ਕਿ ਇਹ ਜਿਹੜੀਆਂ ਗਲਤੀਆਂ ਸ਼੍ਰੋਮਣੀ ਅਕਾਲੀ ਦਲ 'ਚ ਕਿਤੇ ਆ ਜਾਂਦੀਆਂ, ਜਾਂ ਰਾਜਨੀਤਿਕ ਤੌਰ ਦੇ ਉੱਤੇ ਕਿਤੇ ਕਮਜ਼ੋਰੀ ਆ ਜਾਂਦੀ ਹੈ, ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਦੇ ਨਾਲ ਜੋੜ ਕੇ ਦੇਖ ਕੇ ਉਦੋਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਵੀ ਪ੍ਰਚਾਰ ਜਿਹੜਾ ਸ਼ੁਰੂ ਹੋ ਜਾਂਦਾ ਹੈ। ਮੈਂ ਇਸ ਗੱਲ ਮੰਨਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਹੁਤ ਸਾਰੇ ਸਾਡੇ ਅਦਾਰੇ ਹੈ, ਬਹੁਤ ਸਾਰੇ ਮੁਲਾਜ਼ਮ ਹੈ, ਬਹੁਤ ਸਾਰੇ ਵੱਖ-ਵੱਖ ਪਾਰਟੀਆਂ ਨਾਲ ਸੰਬੰਧਿਤ ਵੀ ਉੱਥੇ ਜਿਹੜੇ ਹੈ ਸੇਵਾਦਾਰ ਕੰਮ ਕਰਦੇ, ਮੁਲਾਜ਼ਮ ਕਹਿ ਲਓ, ਸੇਵਾਦਾਰ ਕਹਿ ਲਓ, ਜਾਂ ਉੱਥੇ ਕੋਈ ਪ੍ਰਚਾਰਕ ਕਹਿ ਲਓ,
ਕਿਉਂਕਿ ਦੁਨਿਆਵੀ ਜ਼ਿੰਦਗੀ ਵਿੱਚ ਉਹ ਵੱਖ-ਵੱਖ ਪਾਰਟੀਆਂ ਨਾਲ ਜੁੜਿਆ ਹੋਇਆ, ਪਰ ਜਦੋਂ ਉੱਥੇ ਕੋਈ ਨੁਕਸ ਪੈਂਦਾ ਹੈ, ਕਿਸੇ ਸੇਵਾਦਾਰ ਦੀ ਗਲਤੀ ਹੁੰਦੀ ਹੈ, ਕਿਸੇ ਪ੍ਰਚਾਰਕ ਦੀ ਹੁੰਦੀ ਹੈ, ਉਹ ਸਿੱਧਾ ਸਾਰਾ ਬਲੇਮ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਆਉਂਦਾ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਟਰੋਲ ਹੇਠ ਕੰਮ ਚੱਲਦਾ ਹੈ। ਸੋ ਇਹ ਜਿਹੜੀਆਂ ਕਮਜ਼ੋਰੀਆਂ ਹਨ ਸਾਨੂੰ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਉਂਦੀਆਂ, ਅਤੇ ਅੱਜ ਵੀ ਜਿਹੜੀ ਹੈ ਉਹਦਾ ਕਾਰਨ ਇਹ ਹੈ ਕਿ ਜਦੋਂ ਕੋਈ ਕਿਸੇ ਕਿਸਮ ਦੀ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਆਉਂਦੀ ਹੈ ਤੇ ਉਹ ਸਾਰੀਆਂ ਕਮਜ਼ੋਰੀਆਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੋੜ ਕੇ ਦੇਖਦੇ, ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਕਮੇਟੀ ਨਾਲ ਜੋੜਦੇ, ਕਿਉਂਕਿ ਪੂਰਕ ਨੇ। ਸੋ ਇਸ ਕਰਕੇ ਮੈਂ ਸਮਝਦੀ ਹਾਂ ਕਿ ਕੌਮ ਨੂੰ ਉਸ ਸੰਸਥਾ ਦੇ ਉੱਤੇ ਧਾਰਮਿਕ ਤੌਰ ਤੇ ਹੀ ਸੋਚਣਾ ਚਾਹੀਦਾ ਹੈ। ਜਦੋਂ ਅੱਜ ਦੇਖੋ ਹਰ ਗੱਲ ਦੇ ਉੱਤੇ ਕਿੰਤੂ ਪ੍ਰੰਤੂ ਹੋ ਜਾਂਦਾ ਹੈ। ਜੇ ਕੋਈ ਆਮ ਸਿੱਖ ਵੀ ਕੋਈ ਗਲਤੀ ਕਰਦਾ ਹੈ, ਪੰਜਾਬ ਦੇ ਵਿੱਚ ਜੇ 12,500 ਪਿੰਡ ਹੈ, ਮੇਰੇ ਖਿਆਲ 1 ਲੱਖ ਦੇ ਕਰੀਬ ਗੁਰਦੁਆਰਾ ਹੋਏਗਾ ਹਰ ਪਿੰਡ ਦੇ ਵਿੱਚ। ਸਾਡੇ ਬੇਗੋਵਾਲ ਦੇ ਵਿੱਚ 12-13 ਗੁਰਦੁਆਰੇ, ਵੱਡੇ ਪਿੰਡਾਂ 4-4 ਗੁਰਦੁਆਰੇ ਵੀ ਹੈ। ਪੱਤੀਆਂ ਵਿੱਚ ਗੁਰਦੁਆਰੇ ਵੰਡੇ ਗਏ। ਐਸਜੀਪੀਸੀ ਨੇ ਇੱਕ ਮੁਹਿੰਮ ਵੀ ਆਰੰਭੀ ਸੀ ਗੁਰਦੁਆਰਿਆਂ ਨੂੰ ਇੱਕ ਕਰਨ ਦੀ, ਪਰ ਮੰਨਦਾ ਕੋਈ ਨਹੀਂ ਜੀ। ਜੇ ਅਸੀਂ ਕਹਿੰਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਜੀ ਵੱਲੋਂ ਐਲਾਨ ਵੀ ਹੁੰਦਾ ਹੈ ਕਿ ਕਿਰਪਾ ਕਰਕੇ ਗੁਰਦੁਆਰਾ ਪਿੰਡ 'ਚ ਇੱਕ ਹੋਵੇ, ਤਾਂ ਜੋ ਸੰਗਤ ਵੰਡੀ ਨਾ ਜਾਏ, ਸੰਗਤ ਬਰਾਦਰੀਆਂ ਵਿੱਚ ਨਾ ਵੰਡੀ ਜਾਵੇ, ਜਾਤਾਂ ਪਾਤਾਂ 'ਚ ਨਾ ਵੰਡੀ ਜਾਵੇ, ਮਹੱਲਿਆਂ ਵਿੱਚ ਨਾ ਵੰਡੀ ਜਾਵੇ, ਕਿਉਂਕਿ ਸਿੱਖ ਸੰਗਤ ਜਦ ਤੱਕ ਇਕੱਠੀ ਨਹੀਂ ਰਹਿੰਦੀ ਉਨੀ ਚਿਰ ਤੱਕ ਉਹਦੀ ਸੋਚ ਜਿਹੜੀ ਉਹ ਵੰਡੀ ਜਾਏਗੀ। ਇਸ ਗੱਲ ਦੇ ਨਾਲ ਉਹ ਸਾਨੂੰ ਅੱਗੋਂ ਕਹਿ ਦਿੰਦੇ ਆ ਕਿ ਲਓ ਜੀ ਹੁਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਾਉਣੀ ਹੈ, ਉਹਨਾਂ ਨੇ ਸਗੋਂ ਜ਼ਿਆਦਾ ਪ੍ਰਚਾਰ ਕਰਾਉਣਾ ਕਿ ਉਹਨਾਂ ਨੇ ਗੁਰਦੁਆਰੇ ਹੀ ਬੰਦ ਕਰਾਉਣੇ ਸ਼ੁਰੂ ਕਰਤੇ। ਕਿੱਥੇ ਜਾਣ ਲੋਕ? ਮੰਦਰਾਂ 'ਚ ਜਾਣ, ਮਸੀਤਾਂ 'ਚ ਜਾਣ। ਸਾਡਾ ਗੁਰਦੁਆਰਾ ਅਸੀਂ ਬਣਾਇਆ। ਹੁਣ ਓਨਾ ਹੀ ਨੁਕਸਾਨ ਹੋ ਰਿਹਾ ਕਿ ਜਿੰਨੇ ਜ਼ਿਆਦਾ ਗੁਰਦੁਆਰੇ ਬਣ ਗਏ ਓਨੀਆਂ ਲੜਾਈਆਂ ਗੁਰਦੁਆਰੇ 'ਚ ਹੋ ਗਈਆਂ। ਪਿੱਛੇ ਜੇ ਇੱਕ ਵੀਡੀਓ ਵੀ ਫਰੀਦਕੋਟ ਤੁਸੀਂ ਵੀਡੀਓ ਦੇਖੀ। ਹੁਣ ਦੁੱਖ ਦੀ ਗੱਲ ਇਹ ਹੈ ਕਿ ਗੁਰਦੁਆਰਾ ਸਾਹਿਬ 'ਚੋਂ ਮੈਂ ਨਹੀਂ ਕਹਿੰਦੀ ਕਿ ਪ੍ਰਧਾਨ ਕਿਸੇ ਨੇ ਕੁਝ ਲੈਣਾ ਹੋਏਗਾ ਜਾਂ ਮੈਂਬਰਾਂ ਨੇ ਵਿੱਚ ਕੁਝ ਖਾਣਾ ਹੋਏਗਾ, ਸਗੋਂ ਉਹ ਜ਼ਿੰਮੇਵਾਰੀ ਸਮਝਦੇ ਰਹਿੰਦੇ ਹੈ ਕਿ ਅਸੀਂ ਇੱਥੋਂ ਇਕੱਠਾ ਕਰਕੇ ਲਾਈਏ, ਇੱਥੇ ਸੋਹਣਾ ਬਣਾਈਏ। ਆਮ ਸਿੱਖ ਦੇ ਮਨ 'ਚ ਇੱਕੋ ਚਾਅ ਰਹਿ ਗਿਆ ਜੀ, ਬਿਲਡਿੰਗ ਸੋਹਣੀ ਹੋਣੀ ਚਾਹੀਦੀ ਹੈ, ਸੋਹਣਾ ਲੱਗਣਾ ਚਾਹੀਦਾ ਹੈ, ਸੋਹਣਾ ਉੱਥੇ ਸਹੂਲਤਾਂ ਹੋਣੀਆਂ ਚਾਹੀਦੀਆਂ, ਜ਼ਿਆਦਾ ਇੱਧਰ ਜ਼ੋਰ ਦਿੱਤਾ ਜਾਂਦਾ। ਪਰ ਉਹ ਇਹ ਨਹੀਂ ਸੋਚਦੇ ਕਿ ਸਾਡੀ ਪਿੰਡਾਂ 'ਚ ਵੰਡੇ ਜਾਣ ਦੇ ਨਾਲ ਸਾਡੀਆਂ ਲੜਾਈਆਂ ਵੱਧਦੀਆਂ, ਔਰ ਜਿੰਨੀਆਂ ਚੌਧਰਾਂ ਜ਼ਿਆਦਾ ਸੀ, ਇੱਕ ਸਿਰਫ ਮਾਈਕ ਕਰਕੇ ਹੀ ਪ੍ਰਧਾਨ ਕੋਈ ਬਣਦਾ ਹੈ, ਸਕੱਤਰ ਬਣਦਾ ਵੀ ਮੈਂ ਮਾਈਕ 'ਤੇ ਬੋਲਾਂਗਾ। ਮਤਲਬ ਇਹ ਜਿਹੜੀ ਆਮ ਤੌਰ ਦੇ ਉੱਤੇ ਇਹਨੂੰ ਰੱਖਣਾ ਤੇ ਪ੍ਰਬੰਧ ਤੱਕ ਚਾਹੀਦਾ, ਲੇਕਿਨ ਉਹ ਚੌਧਰ ਤੱਕ ਆ ਗਿਆ। ਕਿ ਤੁਹਾਨੂੰ ਲੱਗਦਾ ਕਿ ਇਹ ਸਭ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਹੈ? ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਵੀ ਇਲਜ਼ਾਮ ਲੱਗਦੇ ਨੇ, ਬਹੁਤ ਸਾਰੇ ਲੋਕ ਜਾਂ ਜਿਹੜੇ ਵਿਰੋਧੀ ਨੇ ਜਿਹੜੇ ਉਹ ਇਹ ਕਹਿੰਦੇ ਨੇ ਕਿ ਜਿਹੜੀਆਂ ਜ਼ਮੀਨਾਂ ਨੇ ਐਸਜੀਪੀਸੀ ਦੇ ਗੁਰਦੁਆਰਿਆਂ ਦੀਆਂ ਉਹ ਆਪਣੇ ਜਿਹੜੇ ਨਜ਼ਦੀਕੀ ਨੇ ਉਹਨਾਂ ਨੂੰ ਲੀਜ਼ ਉੱਤੇ ਦਿੱਤੀਆਂ ਹੋਈਆਂ ਨੇ। ਬਹੁਤ ਸਾਰੇ ਕਹਿੰਦੇ ਗੋਲਕਾਂ 'ਤੇ ਸਵਾਲ ਚੱਕਦੇ ਨੇ ਕਿ ਗੋਲਕਾਂ ਦਾ ਪੈਸਾ ਹੈ ਜਿਹੜਾ ਉਹ ਸਹੀ ਥਾਂ 'ਤੇ ਨਹੀਂ ਵਰਤਿਆ ਜਾ ਰਿਹਾ, ਅਕਾਲੀ ਦਲ ਦੇ ਪ੍ਰਚਾਰ ਵਾਸਤੇ ਵਰਤਿਆ ਜਾ ਰਿਹਾ ਜਾਂ ਅਕਾਲੀ ਦਲ ਦੀਆਂ ਰੈਲੀਆਂ ਵਾਸਤੇ ਜਿਹੜਾ ਲੰਗਰ ਨੇ ਉਹ ਵਰਤੇ ਜਾ ਰਹੇ ਨੇ। ਦੇਖੋ ਪਹਿਲਾਂ ਤਾਂ ਮੇਰੀ ਇਹ ਬੇਨਤੀ ਹੈ, ਜੇ ਤੁਸੀਂ ਸੱਚ ਪੁੱਛਦੇ ਕਿਤੇ ਵੀ ਕੌਮ ਨੂੰ ਲੋੜ ਪੈਂਦੀ ਹੈ, ਕਿਤੇ ਲੰਗਰ ਸਾਨੂੰ ਕਿਸਾਨ ਯੂਨੀਅਨ ਨੇ ਹੁਣ ਧਰਨਾ ਲਾਇਆ ਜੀ, ਜਿੱਥੇ ਵੀ ਧਰਨੇ ਲੱਗੇ ਸੀ, ਜਿੱਥੇ ਇਹਨਾਂ ਨੇ ਹੁਕਮ ਲਾਇਆ ਸੀ ਇੱਕਦਮ ਲੰਗਰ ਪਹੁੰਚਾਇਆ। ਕਿਉਂਕਿ ਸਾਡਾ ਫਰਜ਼ ਬਣਦਾ ਕਿ ਕੌਮ ਨੂੰ ਕੋਈ ਪੀੜਾ ਬਣੀ ਹੈ, ਕੋਈ ਭੀੜ ਬਣੀ ਹੈ, ਉੱਥੇ ਲੋੜ ਹੈ ਤੁਸੀਂ ਇੱਕਦਮ ਲੰਗਰ ਦੀ ਸੇਵਾ ਕਰੀਏ। ਉੱਥੇ ਮੈਡੀਕਲੀ ਅਸੀਂ ਵੈਨ 'ਚ ਖੜੀਆਂ ਕੀਤੀਆਂ, ਉੱਥੇ ਕੋਈ ਸਿਆਸਤ ਨਹੀਂ ਸੀ ਕਹਿੰਦੇ, ਭਾਵੇਂ ਉੱਥੇ ਸਾਰੇ ਤਰ੍ਹਾਂ ਦੇ ਸਿਆਸੀ ਲੋਕ ਇਕੱਠੇ ਹੋਏ ਸੀ। ਹੁਣ ਜੇ ਕੋਈ ਇਹ ਕਹਿ ਦੇਵੇ ਸਾਨੂੰ ਕਿ ਉੱਥੇ ਲੰਗਰ ਕਿਉਂ ਭੇਜਿਆ, ਉੱਥੇ ਮੈਡੀਕਲ ਕੈਂਪ ਕਿਉਂ ਲਾਏ, ਉੱਥੇ ਮੈਡੀਕਲ ਵੈਨਾਂ ਕਿਉਂ ਖੜੀਆਂ ਕੀਤੀਆਂ, ਦਵਾਈਆਂ ਕਿਉਂ ਦਿੱਤੀਆਂ, ਟਾਇਲਟਸ ਕਿਉਂ ਬਣਾਏ, ਉੱਥੇ ਬਿਸਤਰੇ ਕਿਉਂ ਭੇਜੇ, ਮੇਰਾ ਖਿਆਲ ਹੈ ਕਿ ਜੋ ਸਹੂਲਤ ਅਸੀਂ ਦੇ ਸਕਦੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ। ਕਿਤੇ ਵੀ ਉਹਨਾਂ ਨੇ ਕਿਹਾ, ਜਿੱਥੇ ਉਹਨਾਂ ਨੇ ਕਿਤੇ ਇਕੱਠ ਕਰਨਾ ਸੀ, ਜਲਸਾ ਕਰਨਾ ਸੀ, ਰੈਲੀ ਕਰਨੀ ਸੀ, ਉਹ 'ਚ ਕਾਂਗਰਸੀ ਵੀ ਸੀ, ਉੱਥੇ ਅਕਾਲੀ ਵੀ ਸੀ, ਉੱਥੇ ਦੂਜੀਆਂ ਪਾਰਟੀਆਂ ਵੀ ਸੀ, ਪਰ ਅਸੀਂ ਨਹੀਂ ਕਿਹਾ ਸੀ ਕਿ ਕੋਈ ਗੱਲ ਨਹੀਂ। ਜੇ ਉਹਨਾਂ ਨੇ ਕਿਹਾ ਰਿਹਾਇਸ਼ਾਂ ਸਾਨੂੰ ਫ੍ਰੀ ਕਰ ਦਿਓ, ਲੰਘਦੇ ਅਸੀਂ ਸਾਰੇ ਗੁਰਦੁਆਰੇ 'ਚ ਰਿਹਾਇਸ਼ਾਂ ਫ੍ਰੀ ਕਰ ਦਿੱਤੀਆਂ। ਅਸੀਂ ਕਿਹਾ ਕੋਈ ਗੱਲ ਨਹੀਂ, ਇਹ ਸੰਘਰਸ਼ ਹੈ, ਕੌਮ ਦਾ ਸੰਘਰਸ਼। ਜਦੋਂ ਵੀ ਕੋਈ ਪਾਰਟੀ ਲੜੇਗੀ, ਕੋਈ ਸਿੱਖ ਲੜਨਗੇ, ਅਸੀਂ ਉਹਨਾਂ ਦੇ ਨਾਲ ਹੈ। ਜ਼ੁਲਮ ਦੇ ਖਿਲਾਫ ਜੋ ਤਣ ਕੇ ਕੋਈ ਖਲੋਏਗਾ, ਕੋਈ ਸਿੱਖ ਖਲੋਏਗਾ, ਕੋਈ ਮਾਨਵਤਾ ਦੀ ਸੇਵਾ ਲਈ ਖਲੋਏਗਾ, ਕੋਈ ਕਿਸੇ ਕਿਸਮ ਦੀ, ਅਸੀਂ ਉਹਦੇ ਨਾਲ ਹੈ। ਜਿੱਥੇ ਸਾਨੂੰ ਆਵਾਜ਼ ਮਾਰਨਗੇ ਅਸੀਂ ਨਾਲ ਹੈ। ਸ਼੍ਰੋਮਣੀ ਅਕਾਲੀ ਦਲ ਵੀ ਜੇ ਪੰਜਾਬੀ ਸੂਬਾ ਲੱਗਾ ਦਾ ਮੋਰਚਾ ਲੱਗਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਣ ਕੇ ਖਲੋਈ, ਕਿਉਂਕਿ ਪੰਜਾਬੀ ਸੂਬਾ ਜਿਹੜਾ ਸੀ ਸਭ ਦਾ ਸੰਘਰਸ਼ ਸੀ, ਧਰਮ ਯੁੱਧ ਮੋਰਚਾ ਸੀ।
ਸਭ ਦਾ ਸੰਘਰਸ਼ ਸੀ। ਪਰ ਇਹ ਮੈਂ ਕਹਿ ਦਾਂਗੀ, ਇਹ ਠੀਕ ਹੈ ਕਿ ਜਦੋਂ ਕੋਈ ਦੀਵਾਨ ਹਾਲ 'ਚ ਕੋਈ ਮੀਟਿੰਗ ਕਰੇਗਾ, ਸੰਗਤ ਹੈ, ਉਹ ਸੰਗਤ ਦੇ ਰੂਪ 'ਚ ਲੰਗਰ ਚੱਲ ਰਿਹਾ, ਅਸੀਂ ਉਹਨੂੰ ਰੋਕ ਨਹੀਂ ਸਕਦੇ। ਜੇ ਪੰਥਕ ਜਮਾਤ ਹੈ, ਜੇ ਪੰਥਕ ਜਮਾਤ ਉੱਥੇ ਆ ਕੇ ਵਿਚਾਰਾ ਕਰਦੀ ਹੈ, ਉੱਥੇ ਮੀਟਿੰਗ ਕਰਦੀ ਹੈ, ਤੇ ਅਸੀਂ ਨਹੀਂ ਰੋਕਦੇ। ਹੁਣ ਸਾਡੇ ਇੱਥੇ ਨਡਾਲੇ ਦੇ ਵਿੱਚ ਆਮ ਕਿਸਾਨ ਯੂਨੀਅਨ ਵਾਲੇ ਉੱਥੇ ਆ ਕੇ ਮੀਟਿੰਗਾਂ ਕਰਦੇ, ਅਸੀਂ ਹਮੇਸ਼ਾ ਲੰਗਰ ਦਿੰਦੇ, ਹਮੇਸ਼ਾ ਉਹਨਾਂ ਦੀ ਸੇਵਾ ਕਰਦੇ ਹਾਂ, ਕੋਈ ਵੀ ਕਰੇ। ਤੇ ਇਹ ਜਿਹੜੇ ਹੁੰਦੇ ਆ ਦੂਸਰੇ ਲੋਕ, ਉਹ ਉਹਦਾ ਘੱਟ ਕਰਦੇ ਆ, ਜਿੱਦਾਂ ਕਾਂਗਰਸੀ ਹੋ ਗਏ, ਬੀਜੇਪੀ ਹੋ ਗਈ, ਉਹ ਵੈਸੇ ਘੱਟ ਕਰਦੇ ਆ ਮੀਟਿੰਗਾਂ, ਕਿਉਂਕਿ ਉਹਨਾਂ ਦੀਆਂ ਬੋਲੀਆਂ ਹੋਰ ਹੁੰਦੀਆਂ, ਉਹਨਾਂ ਦੇ ਲੋਕ ਆਮ ਤੌਰ 'ਤੇ ਸਿੱਖੀ ਵਾਲੇ ਪਾਸੇ ਘੱਟ ਹੁੰਦੇ ਆ। ਲੇਕਿਨ ਜਿਹੜੇ ਲੋਕ ਸਿੱਖ ਨੇ, ਕਿਤੇ ਵੀ ਬੈਠੇ ਹੋਣ, ਉਹ ਆ ਕੇ ਮੀਟਿੰਗਾਂ ਕਰਨ, ਅਸੀਂ ਕਿਸੇ ਨੂੰ ਨਾ ਨਹੀਂ ਕਰਦੇ। ਅਸੀਂ ਕਹਿੰਦੇ ਸਿਆਸੀ ਗੱਲਾਂ ਨਾ ਬਹੁਤਾ ਕਰੋ, ਉੱਦਾਂ ਤੁਸੀਂ ਮੀਟਿੰਗ ਕਰੋ, ਵਿਚਾਰ ਕਰ ਲਓ, ਕੋਈ ਨੋ ਪ੍ਰੋਬਲਮ। ਪਰ ਜਦੋਂ ਸੰਗਤ ਗੁਰਦੁਆਰੇ ਸਾਹਿਬ 'ਚ ਆਏਗੀ, ਉਹਨੂੰ ਲੰਗਰ ਤੋਂ ਅਸੀਂ ਨਾ ਕਰ ਹੀ ਨਹੀਂ ਸਕਦੇ। ਜੇ ਕੋਈ ਮੰਨ ਲਓ ਕਿ ਮੈਂ ਐਗਜ਼ਾਮਪਲ ਦੇਣੀ, ਬੇਗੋਵਾਲ ਵਿੱਚ ਹੀ ਕੋਈ ਕਾਨਫਰੰਸ ਹੋ ਰਹੀ ਹੈ, ਇੱਥੋਂ ਲੋਕੀ ਚਲੇ ਜਾਣ ਰਸਤੇ 'ਚ, ਜਾਂ ਨਡਾਲਾ ਗੁਰਦੁਆਰਾ ਆ ਗਿਆ, ਕਪੂਰਥਲਾ ਆ ਗਿਆ, ਉੱਥੇ ਸੰਗਤ ਜੇ ਚਲੇ ਗਈ ਹੈ, ਉਹ ਲੰਗਰ ਛਕਾਉਣਾ ਛਕਣਾ ਚਾਹੁੰਦੇ, ਅਸੀਂ ਨਹੀਂ ਮੋੜ ਸਕਦੇ। ਸਿਰਫ ਇੱਕ ਪ੍ਰਚਾਰ ਵੀ ਜ਼ਿਆਦਾ ਹੈ ਵੀ ਉੱਥੇ ਜੀ, ਜੇ ਕਿਤੇ ਉਹਨੇ ਰੈਲੀ ਹੋਏਗੀ, ਅਸੀਂ ਰੈਲੀਆਂ ਕਰਦੀ ਹੈ ਸ਼੍ਰੋਮਣੀ ਅਕਾਲੀ ਦਲ, ਮੋਗਾ ਰੈਲੀ ਕਰਦੀ ਹੈ, ਇਹ ਸ਼੍ਰੋਮਣੀ ਅਕਾਲੀ ਦਲ ਹੀ ਪ੍ਰਬੰਧ ਕਰਦੇ ਹੈ। ਉਹ ਕਿਸੇ ਬਾਬਾ ਜੀ ਨੂੰ ਕਹਿ ਦੇਣ, ਕਿਸੇ ਮਹਾਂਪੁਰਖਾਂ ਨੂੰ ਕਹਿ ਦੇਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੀ ਲੰਗਰ ਨਹੀਂ ਲਾਉਂਦੀ ਜਾ। ਧਾਰਮਿਕ ਜਥੇਬੰਦੀਆਂ ਨੂੰ ਕਹਿ ਦਿੰਦੇ ਆ, ਆਪਣਾ ਖਰਚ ਕਰਕੇ ਮਹਾਂਪੁਰਖਾਂ ਨੂੰ ਕਹਿ ਦੇਣਗੇ ਵੀ ਅਸੀਂ ਤੁਹਾਨੂੰ ਸਮਾਨ ਲੈ ਦਿੰਦੇ ਹਾਂ, ਤੁਸੀਂ ਇੱਥੇ ਲੰਗਰ ਤਿਆਰ ਕਰ ਦਿਓ। ਸੋ ਚਰਚਾ ਜ਼ਿਆਦਾ ਹੈ, ਰੌਲਾ ਜ਼ਿਆਦਾ ਹੈ, ਪ੍ਰਚਾਰ ਜ਼ਿਆਦਾ ਹੈ, ਲੇਕਿਨ ਕਦੀ ਵੀ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਵਿੱਚ ਲੰਗਰ ਨਹੀਂ ਕਰੀ ਪਹੁੰਚਾਇਆ। ਹਾਂ, ਉੱਥੇ ਮੀਟਿੰਗ ਕਰ ਲੈਣ, ਉੱਥੇ ਕਿਤੇ ਇਕੱਠ ਹੋਵੇ, ਉਹ ਲੰਗਰ ਛਕਦੇ ਆ, ਉੱਥੇ ਕੋਈ ਵੀ ਆ ਕੇ ਛਕ ਸਕਦਾ। ਸੋ ਮੇਰਾ ਖਿਆਲ ਹੈ ਕਿ ਪ੍ਰਚਾਰ ਜਿਹੜਾ ਉਹ ਨੈਗੇਟਿਵ ਕੀਤਾ ਜਾਂਦਾ ਦੂਜੀਆਂ ਪਾਰਟੀਆਂ ਵੱਲੋਂ, ਜਾਂ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ। ਮੈਂ ਸਮਝਦੀ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੀ ਪਾਰਟੀ ਹੈ, ਉਹ ਇੱਕ ਮਾਣ ਸਮਝਦੀ ਉੱਥੇ, ਕਿਉਂਕਿ ਉਹ ਹਮੇਸ਼ਾ ਸੰਘਰਸ਼ ਕਰਕੇ ਉੱਥੇ ਭੇਜਦੇ ਹੈ। ਜੇ ਇਦਾਂ ਦੀ ਗੱਲ ਨਾ ਹੋਵੇ, ਜੇ ਲੋਕੀ ਇਹ ਸਮਝਦੇ ਨਾ ਹੋਣ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਇਕੱਠੀ ਹੈ, ਤੇ ਜਦੋਂ ਚੋਣਾਂ ਹੁੰਦੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਨੂੰ ਜ਼ਿਆਦਾ ਜਿਤਾ ਕੇ ਭੇਜਦੇ ਲੋਕ। ਉਹ ਵੀ ਸਿੱਖ ਹੀ ਚੁਣਦੇ ਨਾ, ਵੋਟਾਂ ਤੇ ਸਿੱਖ ਹੀ ਪਾਉਂਦੇ ਆ, ਸਿੱਖਾਂ ਨੇ ਚੁਣਿਆ ਹੁੰਦਾ ਮੈਂਬਰ, ਤੇ ਫਿਰ ਸਿੱਖ ਜਿਹੜੇ ਚੁਣ ਕੇ ਭੇਜਦੇ ਆ। ਇਹਦਾ ਮਤਲਬ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਦੇਖਣਾ ਚਾਹੁੰਦੇ ਆ। ਜਿਸ ਸ਼੍ਰੋਮਣੀ ਅਕਾਲੀ ਦਲ ਉਹੀ ਗਿਣਿਆ ਜਾਂਦਾ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਚੱਲਦੀ ਹੋਈ। ਸੋ ਮੇਰਾ ਖਿਆਲ ਹੈ ਕਿ ਇਹ ਕੁਝ ਸਿਆਸੀ ਲੋਕ ਰੌਲਾ ਪਾ ਕੇ ਚਾਹੁੰਦੇ ਹੈ ਕਿ ਇਹਨਾਂ ਨੂੰ ਇੰਨਾ ਕੁ ਅਲੱਗ ਥਲੱਗ ਕਰ ਦਈਏ ਕਿ ਇਹਨਾਂ ਦਾ ਕੋਈ ਰਾਜਨੀਤਿਕ ਤੌਰ ਤੇ ਸ਼ਕਤੀ ਜਿਹੜੀ ਹੈ ਉਹਦੇ ਪਿੱਛੇ ਨਾ ਖੜੀ ਹੋ ਸਕੇ। ਇੱਕ ਨਾ ਸਭ ਤੋਂ ਬੜੀ ਸਮੱਸਿਆ ਹੈ 1984 ਦੇ ਵੇਲੇ ਦਾ ਜਿਹੜਾ ਸੰਘਰਸ਼ ਸੀ, ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ ਵੀ ਜਿਹੜਾ ਇੱਕ ਮਤਾ ਸੀ ਕਿ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ, ਤਾਂ ਹੁਣ ਜਿਹੜਾ ਤੰਬਾਕੂ ਹੈ, ਤਾਂ ਤੰਬਾਕੂ ਗੁਰੂ ਘਰ ਦੀਆਂ ਹਦੂਦਾਂ ਤੱਕ ਪਹੁੰਚ ਚੁੱਕਿਆ। ਰੋਜ਼ਾਨਾ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਾਂ ਦਰਬਾਰ ਸਾਹਿਬ ਦੇ ਗਲਿਆਰੇ ਦੇ ਵਿੱਚ ਜਾਂ ਦਰਬਾਰ ਸਾਹਿਬ ਦੇ ਲਾਗੇ ਕੋਈ ਤੰਬਾਕੂ ਲੈ ਕੇ ਆ ਗਿਆ, ਕਦੇ ਕਿਸੇ ਨੇ ਸਰੋਵਰ ਦੇ ਵਿੱਚ ਸਿੱਟਤਾ, ਹਦੂਦ ਤੱਕ ਪਹੁੰਚ ਗਿਆ। ਤਾਂ ਕਿਸੇ ਵੇਲੇ ਗੁਰੂ ਗੋਬਿੰਦ ਸਿੰਘ ਜੀ ਦਾ ਘੋੜਾ ਜਿਹੜਾ ਉਹ ਤੰਬਾਕੂ ਦੇ ਖੇਤ ਚੋਂ ਨਹੀਂ ਨਿਕਲਿਆ ਸੀ, ਪਰ ਅੱਜ ਜਿਹੜਾ ਤੰਬਾਕੂ ਹੈ ਉਹ ਗੁਰੂ ਦੀ ਹਦੂਦ ਤੱਕ ਪਹੁੰਚ ਚੁੱਕਿਆ। ਇਹਨੂੰ ਕਿਵੇਂ ਦੇਖਦੇ ਹੋ? ਇਹਨੂੰ ਪ੍ਰਬੰਧ ਦੇ ਵਿੱਚ ਕਮੀ ਮੰਨਦੇ ਜਾਂ ਕੀ ਹੈ? ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ 'ਚ ਨਹੀਂ ਆਉਂਦਾ। ਸੰਗਤਾਂ ਵਾਰਡ ਲੈਵਲ ਤੋਂ ਆਉਂਦੀਆਂ। ਅਸੀਂ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰਦੇ ਹਾਂ, ਉਹਦੀ ਹਦੂਦ 'ਚ ਜੇ ਕਿਤੇ ਸਾਨੂੰ ਕੋਈ ਮਿਲ ਜਾਂਦਾ ਜਾਂ ਕੁਝ ਵੀ, ਇਮੀਡੀਏਟ ਉਹਦੇ ਉੱਤੇ ਐਕਸ਼ਨ ਕਰਾਇਆ ਜਾਂਦਾ। ਜਿਹੜੀ ਸੰਗਤ ਹੁਣ ਪਠਾਨਕੋਟ ਤੋਂ ਆ ਰਹੀ ਹੈ, ਉੱਥੇ ਬੈਠੇ ਪ੍ਰਬੰਧ ਵਿੱਚ ਕੀ ਪਤਾ ਲੱਗ ਸਕਦਾ ਕਿ ਜਿਹੜੀ ਸੰਗਤ ਉੱਥੋਂ ਬੱਸ ਤੇ ਆਈ ਜਾਂ ਟਰੈਕਟਰ ਤੇ ਆਈ ਜਾਂ ਟਰਾਲੀ ਤੇ ਆਈ, ਉਹ ਕਿਸ ਢੰਗ ਦੀ ਹੈ। ਮੱਥਾ ਟੇਕਣ ਤੇ ਉੱਥੇ ਸਾਰੇ ਧਰਮਾਂ ਦੇ ਲੋਕ ਆਉਂਦੇ। ਮੱਥਾ ਟੇਕਣ ਤੇ ਉੱਥੇ ਕਿਸੇ ਵੀ ਵਿਅਕਤੀ ਨੇ ਆਉਣਾ, ਉੱਥੇ ਸਿਰ ਨਿਵਾਉਣਾ। ਅਸੀਂ ਤਲਾਸ਼ੀਆਂ ਵੀ ਨਹੀਂ ਲੈ ਸਕਦੇ, ਕਿਸੇ ਵੀ ਵਿਅਕਤੀ ਦੀ ਗੁਰੂ ਘਰ 'ਚ ਜਾਂਦੇ ਤਲਾਸ਼ੀ ਨਹੀਂ ਲਈ ਜਾਂਦੀ। ਲੇਕਿਨ ਜੇ ਕਿਤੇ ਉੱਥੇ ਗਲਤੀ ਕਰਦਾ, ਸੇਵਾਦਾਰ ਫੜ ਲੈਂਦੇ ਹੈ, ਇਮੀਡੀਏਟ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਂਦੀ ਹੈ। ਸੋ ਇਹ ਤੰਬਾਕੂ ਜਿਹੜਾ ਹੈ, ਇਹ ਤਾਂ ਵੈਸੇ ਹੀ ਸਰਕਾਰਾਂ ਨੂੰ ਬੰਦ ਕਰਨਾ ਪਏਗਾ। ਜਿਹੜੇ ਸਰਕਾਰਾਂ ਦੇ ਕੰਮ ਸਰਕਾਰਾਂ ਨਹੀਂ ਕਰਨੇ, ਜਿਹੜੀ ਸਾਡੀ ਸੰਸਥਾ ਦਾ ਕੰਮ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹ ਨਹੀਂ ਕਰਨੀ। ਸੋ ਮੈਂ ਸਮਝਦੀ ਹਾਂ ਕਿ ਇਹ ਜਿਹੜੀਆਂ ਗੱਲਾਂ ਨਾ ਜੀ, ਇਹ ਪ੍ਰਚਾਰ ਨੈਗੇਟਿਵ ਕਰਦੇ ਆ। ਜਦੋਂ ਕਿ ਜੇ ਹੁਣ ਇੱਥੇ ਬਿਹਾਰ ਤੋਂ ਕੋਈ ਲੋਕ ਆਏ ਆ, ਬਿਹਾਰ ਤੋਂ ਆਉਂਦੇ, ਉਹ ਆਮ ਮੂਮਨ ਹੀ ਉਹ ਮੈਨੂੰ ਲੱਗਦਾ ਤੰਬਾਕੂ ਵਗੈਰਾ ਕਹਿੰਦੇ ਵਰਤਦੇ ਹੈ।
ਵੀ ਆਮ ਲੋਕਾਂ ਦੇ ਵਿੱਚ ਹੈ ਕਿ ਜਿਹੜੇ ਲੋਕ ਹੈ ਉਹ ਜ਼ਿਆਦਾ ਯੂਜ਼ ਕਰਦੇ ਆ। ਹੁਣ ਜੇ ਉੱਥੇ ਆਏ ਆ ਮੱਥਾ ਟੇਕਣ, ਕਈ ਵਾਰੀ 100 200 ਇਕੱਠਾ ਹੀ ਹੁੰਦਾ ਮੱਥਾ ਟੇਕਣ, ਕੋਈ ਤਲਾਸ਼ੀ ਨਹੀਂ ਲਈ ਜਾਂਦੀ। ਕੋਈ ਬਿਹਾਰ ਤੋਂ ਆ ਜੇ, ਕੋਈ ਯੂਪੀ ਤੋਂ ਆ ਜੇ, ਕੋਈ ਤਾਮਿਲਨਾਡੂ ਆ ਜੇ, ਕੋਈ ਮਹਾਰਾਸ਼ਟਰ ਤੋਂ, ਕਿਸੇ ਵੀ ਹਿੱਸੇ 'ਚੋਂ ਆ ਜੇ, ਕਿਸੇ ਵਿਅਕਤੀ ਦੇ ਗੁਰੂ ਘਰ 'ਚ ਵੜਦੇ ਤਲਾਸ਼ੀ ਤੇ ਹੁੰਦੀ ਨਹੀਂ। ਆਪਾਂ ਨੂੰ ਵੀ ਪਤਾ ਹੀ ਹੈ ਸਾਰਾ। ਹੁਣ ਜੇ ਕੋਈ ਉੱਥੇ ਲਾਗੇ ਛਾਗੇ ਗਲਤੀ ਕਰਦਾ ਹੈ, ਇਹ ਤਾਂ ਕਰਨ ਵਾਲਿਆਂ ਦੀ ਬੇਵਕੂਫੀ ਹੈ ਨਾ। ਇਹ ਕਰਨ ਵਾਲੀ ਸੋਚ ਕੀ ਹੈ, ਉਹਨੂੰ ਕੀ ਪਤਾ, ਉਹਨੂੰ ਪਤਾ ਹੀ ਨਹੀਂ ਕਿ ਧਰਮ ਕੀ ਚੀਜ਼ ਹੈ। ਕਿਉਂਕਿ ਉਹ ਤਾਂ ਸਿਰਫ ਆਏ ਆ ਜੀ ਦੇਖਣ, ਸ੍ਰੀ ਹਰਿਮੰਦਰ ਸਾਹਿਬ ਚੱਲੇ ਆ, ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨੇ ਆ। ਕਈ ਵਾਰੀ ਤਾਂ ਕਈਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਸ੍ਰੀ ਹਰਿਮੰਦਰ ਸਾਹਿਬ 'ਚ ਅਸੀਂ ਆਏ ਹਾਂ, ਦਰਬਾਰ ਸਾਹਿਬ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਨਾ ਜੀ। ਉੱਥੇ ਕਈ ਕਹਿਣਗੇ ਬਾਹਰ ਆ ਕੇ ਦੇਖਿਆ ਹੈ ਬਾਬਾ ਕੀ ਸਮਾਧ ਵਹਾਂ ਗਏ ਥੇ। ਅਸੀਂ ਪੁੱਛਿਆ ਕਈਆਂ ਨੂੰ, ਅਸੀਂ ਕਿਹਾ ਤੁਸੀਂ ਗਏ ਅੰਦਰ, ਫਿਰ ਕੀ ਦਰਸ਼ਨ ਕੀਤੇ? वो वहाँ ना वो बाबा जी का बना हुआ वहाँ मत्था टेक कर आए। उन्हें पता नहीं होता अंदर की है। कई ऐसे लोग भी है जिन्होंने पता नहीं कि गुरु ग्रंथ साहिब दा प्रकाश है। रोकिया किवें जा सकदा इस नहीं देखो असी थोड़े रोक सकते हैं, ये तो लोगों ने सोच ही लैनी है कि आप उन्होंने सोच करनी चाहिए है कि असी ਇਹਦਾ पता करना भी वो की है। जे पुछते हैं फिर असीं दसदे हैं, वो साडे प्रचारक दसदे हैं जब सेवादार दसदे हैं भी ये गुरु ग्रंथ साहिब जी विराजमान ने, एक गुरु साहब ने, आप उन्होंने जाके मत्था टेकते बाणी है, ये तो बाणी का प्रकाश किया जाता है, ये कीर्तन हो रहा वो तो जेड़ा कोई समझेगा उन्होंने समझावांगे ना। हुण उत्थे कल्ले कल्ले नूं बुला बुला के तो आपां कह नहीं सकते। मेरा कहण तो भाव है कि ये लोग जिहड़े वर्ल्ड लैवल तो आते हैं, सारी दुनिया नूं पता नहीं उत्थे मर्यादा की है, सारी दुनिया नूं ये नहीं पता हुंदा, सिखां नूं तो पता हुंदा। लेकिन जिहड़े सिख धर्म विच नहीं दूजे धर्मां दे लोग है, वो श्री हरमंदर साहब श्री दरबार साहब देखने वास्ते आते हैं, आस्था लैके आते हैं, श्रद्धा लैके भी। वो एक ऐसा स्थान है जिथे जो जाए वो दुख तकलीफा दूर होंगे, वो रोग दूर होंगे है, मानसिक रोग दूर हो जाते हैं, दूजे रोग दूर होंगे हैं। मतलब आम लोगों की जी श्रद्धा ना वो इस ढंग की भी हैगी। तो जो हुण मौजूदा संघर्ष है SGPC ਦਾ ਤੇ ਅਕਾਲੀ ਦਲ ਦਾ ਬੰਦੀ ਸਿੰਘਾਂ ਨੂੰ ਲੈ ਕੇ ਚੱਲ ਰਿਹਾ, ਤਾਂ ਇਸ ਸੰਘਰਸ਼ ਦੇ ਵਿੱਚ ਕੀ ਲੱਗਦਾ ਹੈ ਕਿ ਉਹ ਭਾਈਵਾਲੀ ਰਹੀ ਹੈ BJP ਦੇ ਨਾਲ ਲੰਬਾ ਸਮਾਂ, ਤਾਂ ਕੀ ਉਹ ਗੱਲ ਮੰਨਣਗੇ, ਕੀ ਉਹ ਛੱਡਣਗੇ ਬੰਦੀ ਸਿੰਘਾਂ ਨੂੰ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਦੁੱਗਣੀਆਂ ਸਜ਼ਾਵਾਂ ਜੇਲ੍ਹਾਂ ਦੇ ਵਿੱਚ ਭੁਗਤ ਚੁੱਕੇ ਨੇ ਜਿਹੜੇ? देखो श्रोमणी अकाली दल भाईवाल रही, बहुत सारे काम भी कराए, सरकार कोलों भी कराए, डिवेलपमेंट भी कराई, हर चीज़ के उन्होंने ਵੱਧ ਤੋਂ ਵੱਧ यादगार बनाई। एम्स वर्गे हस्पताल आते हैं, डिवेलपमेंट ਵੱਡੇ ਵੱਡੇ पुल बनाए, सड़क बनाइया, यूनिवर्सिटियां बनाइया, कॉलेज बनाए, काफ़ी ਵੱਡੇ काम उन्होंने को लए। ये मैं तुहाडी जिहड़ी तुसीं गल कीती है कि वो भाईवाल रहे है, उदों बंदी सिख क्यों नहीं रिहा होए? असली तौर ये भी सवाल उठदा है। ये जिहड़े लोग सवाल करते हैं, मैं समझदी है कि वाकई जे किते उस समय दे उत्ते ये गल जोर दे के चुकी जाती, हो सकता रिहा हो जाती, पर वो गल विसरी कह लो, विसरी रही, इग्नोर हो गई। जे हुण ये चुक्या मुद्दा वो इसलिए चुक्या गया जो असीं पड़ताल की है। श्रोमणी गुरुद्वारा प्रबंधक कमेटी वालों प्रोफैसर दविंदरपाल सिंह जी भुल्लर साहब जी का भी केस के संबंध में वकीलों का सहयोग देने वास्ते असीं हर यतन करते हैं। राजवानर साहब जी का वकील जिहड़ा क्योंकि सुप्रीम कोर्ट दे विच उन्होंने फांसी की रुकावट श्रोमणी अकाली दल ने भी उदों सरकार सी, उन्होंने रुकावट कराई, उन्होंने डिले मतलब रोकया। ਉਹਦਾ वकील भी जड़ा सुप्रीम कोर्ट च पेश हुंदा, ਉਹਦੀ फीस भी जी श्रोमणी गुरुद्वारा प्रबंधक कमेटी दिंदी है जी। हर महीने जी पेशी हुंदी है, ਉਹਦੀ फीस पे भैन जी आके चैक असीं दिंदे हैं उन्होंने, ਉਹਦੀ पेशी का मेरे ख्याल 10 लाख रुपया ਉਹਦਾ चैक जाता हर महीने जी पेशी हुंदी है। सो जिथे किते समान मंगते हैं अंदर जेलों विच सिंह, भावें जोधपुर के जेलों च सी, भावें कोई जेलों सी, श्रोमणी गुरुद्वारा प्रबंधक कमेटी सारे समान की उत्थे मतलब कि पूर्ति करती है, भेजती है। बहुत सारे काम ऐसे है जिहड़े असीं उन्हां दी सेवा च हाज़र हुंदे हैं। जिहड़ी हुण गल है, श्रोमणी गुरुद्वारा प्रबंधक कमेटी ने यह सोचा सी भी चलो गल सिखां दी है, आपां नूं इह मुद्दा चुक के सरकार नूं इह कहना चाहिए है कि जिन्हां नूं 10 साल की सज़ा हुई सी पूरी करके 10 तो 20 करके डबल हो गई, 25-25 हो गई, 30-30 हो गई। हुण जदों राजीव गांधी का कातल छुट सकता है जां 12-11 मुंडे जिन्हां ने एक नाबालिग लड़की का कतल किया,
ਰੇਪ ਕੀਤਾ, ਬਲਾਤਕਾਰ ਦਾ ਕੇਸ ਹੋਵੇ, ਉਹਨੂੰ ਪੈਰੋਲ ਵੀ ਮਿਲਦੀ ਹੈ ਤੇ ਉਹ ਛੁੱਟ ਵੀ ਜਾਂਦਾ ਹੈ ਸਜ਼ਾ ਪੂਰੀ ਕਰਕੇ ਸਾਰੇ। ਤੇ ਜੇ ਰਾਮ ਰਹੀਮ ਵਰਗਾ ਬਲਾਤਕਾਰੀ ਵੀ ਹੈ, ਕਤਲ ਦੇ ਕੇਸ ਵੀ ਹੈ, ਧਰਮ ਦੇ ਖਿਲਾਫ ਵੀ ਹੈ, ਜੇ ਸਾਡੇ ਇੰਨਾ ਅਵਗਿਆ ਹੋਈ ਹੈ ਕਿ ਉਹ ਸਾਡਾ ਨੁਕਸਾਨ ਬੜਾ ਵੱਡਾ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿੱਚ ਵੀ ਸ਼ਾਮਲ ਹੈ, ਜੇ ਉਹ ਪੈਰੋਲ ਤੇ ਆ ਸਕਦਾ ਹੈ ਤੇ ਸਾਡੇ ਜਿਹੜੇ ਸਿੱਖ ਹੈ ਉਹਨਾਂ ਨੂੰ ਕਿਉਂ ਨਹੀਂ ਦਿੱਤਾ ਜਾਂਦਾ ਮੌਕਾ? ਗੱਲ ਤਾਂ ਇਹ ਹੈ ਕਿ ਜਦੋਂ ਜਬੇ ਬਾਣ ਲੱਗ ਗਿਓ ਤਬੈ ਰੋਸ ਜਾਗਿਓ। ਹੁਣ ਜਦੋਂ ਇਹ ਕੇਸ ਸਾਹਮਣੇ ਆ ਰਹੇ ਹੈ, ਫਿਰ ਮਹਿਸੂਸ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਆਪਾਂ ਇਹਦੀ ਆਵਾਜ਼ ਜਿਹੜੀ ਹੈ ਉਠਾਈਏ, ਬੁਲੰਦ ਕਰੀਏ, ਤਾਂ ਜੋ ਇਹ ਸਿੱਖ ਜਿਹੜੇ ਸਾਡੇ ਅੰਦਰ ਹੈ ਉਹ ਬਾਹਰ ਆ ਜਾਣ। ਮੈਂ ਤਾਂ ਇੱਥੋਂ ਤੱਕ ਵੀ ਕਹਾਂਗੀ ਕਿ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਚਾਹੀਦਾ ਹੈ ਕਿ ਜੇਲ੍ਹਾਂ ਵਿੱਚ ਸਾਰਾ ਸਰਵੇ ਕਰਾਉਣ ਔਰ ਜਿਹੜੇ ਵੀ ਲੋਕ ਅੰਦਰ ਸਜ਼ਾਵਾਂ ਪੂਰੀਆਂ ਕਰਕੇ ਬਿਨਾਂ ਮਦਦ ਤੋਂ ਬੈਠੇ ਹੈ ਉਹਨਾਂ ਸਾਰਿਆਂ ਨੂੰ ਬਾਹਰ ਕੱਢਣਾ ਚਾਹੀਦਾ। ਦੇਖੋ ਸਜ਼ਾ ਤੇ ਮਿਲ ਗਈ ਉਹਨਾਂ ਨੂੰ, ਜੇ ਕਿਸੇ ਨੂੰ 10 ਸਾਲ ਦੀ ਸਜ਼ਾ ਮਿਲੀ ਹੈ ਪੂਰੀ ਕਰ ਲਈ, ਹੁਣ ਉਸ ਤੋਂ ਬਾਅਦ ਬਿਠਾਉਣ ਦਾ ਤਾਂ ਕੋਈ ਆਈਡੀਆ ਹੀ ਨਹੀਂ। ਉਹ ਆਪਣੇ ਘਰ ਜਾਣ, ਘਰਾਂ ਦੇ ਵਿੱਚ ਕੰਮ ਕਰਨ, ਪਰਿਵਾਰ ਦੇਖਣ, ਪਰਿਵਾਰ ਪਾਲਣ, ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ, ਸਮਾਜ ਵਿੱਚ ਆਪਣਾ ਚੰਗਾ ਜੀਵਨ ਜੀ ਲੈਣ। ਦੇਖੋ ਇੰਨਾ ਲੰਬਾ ਸਮਾਂ ਅੰਦਰ ਰਹਿ ਕੇ ਖਰੇ ਕਿੰਨੀ ਉਹਨਾਂ ਨੁਕਸਾਨ ਕਰਾਇਆ ਹੋਊਗਾ, ਆਪਣਾ ਇਕਨੋਮਿਕਲੀ ਨੁਕਸਾਨ ਹੋਇਆ ਹੋਊਗਾ, ਘਰ ਦੀ ਬਰਬਾਦੀ ਹੋਈ ਹੋਏਗੀ, ਘਰ ਦੇ ਕਿੰਨੇ ਵਿਛੋੜੇ ਪਏ, ਕਿੰਨਾ ਤਕਲੀਫਾਂ ਹੋਈਆਂ, ਕਈਆਂ ਦੇ ਪਿੱਛੇ ਮੌਤਾਂ ਵੀ ਹੋ ਗਈਆਂ, ਬੜਾ ਵੱਡੀ ਪੀੜਾ ਚੱਲੀ ਹੈ। ਜੇ ਜਾ ਕੇ ਉਹ ਸਮਾਜ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜੀਉ ਲੈਣਗੇ ਤੇ ਇਹ ਤਾਂ ਮਨੁੱਖਤਾ ਦਾ, ਉਹਨਾਂ ਦਾ ਹਿਊਮਨ ਰਾਈਟਸ ਹੈ। ਹਿਊਮਨ ਰਾਈਟਸ ਦਾ ਕਤਲ ਨਹੀਂ ਹੋਣਾ ਚਾਹੀਦਾ ਜੀ। ਇਸ ਵੇਲੇ ਸਰਕਾਰ ਨੂੰ ਚਾਹੀਦਾ ਹੈ ਕਿ ਜਿੰਨੇ ਵੀ ਕੈਦੀ ਹੈ, ਚਲੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਕੈਦੀਆਂ ਦੀ ਗੱਲ ਕੀਤੀ ਹੈ, ਸਿੱਖ ਬੰਦੀਆਂ ਦੀ ਗੱਲ ਕੀਤੀ ਹੈ, ਬਿਲਕੁਲ ਸਹੀ ਹੈ ਕਿ ਉਹਨਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਹੈ। ਦੂਜੀ ਗੱਲ, 550 ਸਾਲਾਂ ਦੇ ਉੱਤੇ ਇਹਨਾਂ ਨੇ ਐਲਾਨ ਵੀ ਕੀਤਾ ਸੀ ਪ੍ਰਧਾਨ ਮੰਤਰੀ ਜੀ ਨੇ। 550 ਸਾਲਾਂ ਤੇ ਇਹੀ ਕਿਹਾ ਸੀ ਕਿ ਜਿੰਨੇ ਵੀ ਬੰਦੀ ਸਿੰਘ ਹੈ, ਨਾਂ ਵੀ ਵਿੱਚ ਦਿੱਤੇ ਸੀ ਲਿਸਟ ਵਿੱਚ, ਮੇਰੇ ਖਿਆਲ ਰਾਜੋਆਣਾ ਸਾਹਿਬ ਦਾ ਨਾਮ ਵੀ ਸੀ, ਭੁੱਲਰ ਸਾਹਿਬ ਦਾ ਨਾਮ ਵੀ ਸੀ, ਤੇ ਇਹਨਾਂ ਨੂੰ ਰਿਹਾ ਕੀਤਾ ਜਾਏਗਾ। ਉਹ ਫਿਰ ਵੀ 550 ਸਾਲ ਨੂੰ ਵੀ ਦੇਖੋ ਕਿੰਨਾ ਚਿਰ ਹੋ ਗਿਆ, ਉਹ ਫਿਰ ਨਹੀਂ ਹੋਏ। ਸੋ ਇਹਨਾਂ ਗੱਲਾਂ ਕਰਕੇ ਰੋਸ ਹੈ, ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਲਾ ਕੇ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ ਵੀ ਅਸੀਂ ਉਹਨਾਂ ਨੂੰ ਬੇਨਤੀ ਕਰੀਏ ਕਿ ਜੇ ਤੁਸੀਂ ਸਿਆਸੀ ਤੌਰ ਦੇ ਉੱਤੇ ਕੋਈ ਨਾਰਾਜ਼ਗੀ ਤੁਹਾਡੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ ਕਿ ਤੁਹਾਨੂੰ ਉਹਨਾਂ ਨੇ ਛੱਡਿਆ, 40 ਸਾਲ ਬਾਅਦ ਛੱਡਿਆ, ਸਰਕਾਰ ਚੋਂ ਬਾਹਰ ਆਏ, ਹੋ ਸਕਦਾ ਸਿਆਸੀ ਤੌਰ ਦੇ ਉੱਤੇ ਤੁਹਾਡੀ ਆਪਸ ਵਿੱਚ ਗੁੱਸੇ ਗਿਲੇ ਹੋਣ, ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਂਝੀ ਹੈ, ਇਹ ਤਾਂ ਸਾਰਿਆਂ ਦੀ ਸਾਂਝੀ ਜਥੇਬੰਦੀ ਹੈ। ਤੁਸੀਂ ਕਿਰਪਾ ਕਰੋ ਸਾਡੀ ਬੇਨਤੀ ਦੇ ਉੱਤੇ ਹੀ ਪ੍ਰਵਾਨ ਕਰ ਲਓ ਕਿ ਬੰਦੀ ਸਿੱਖਾਂ ਨੂੰ ਰਿਹਾ ਕਰ ਦਿਓ। ਦ੍ਰੋਪਦੀ ਮੁਰਮੂ ਦਾ ਸਮਰਥਨ ਕੀਤਾ ਗਿਆ ਕਿ ਉਸ ਵੇਲੇ ਕੋਈ ਸਮਝੌਤਾ ਹੋਇਆ? ਬੀਬੀ ਕਮਲਦੀਪ ਕੌਰ ਰਾਜੋਆਣਾ ਹੋਰਾਂ ਨੇ ਵੀ ਕਿਹਾ ਸੀਗਾ ਕਿ ਬਿਨਾਂ ਸ਼ਰਤ ਸਮਰਥਨ ਨਾ ਦਿੱਤਾ ਜਾਵੇ, ਉਸ ਵੇਲੇ ਕੋਈ ਸਮਝੌਤਾ ਹੋਇਆ ਹੈ ਬੰਦੀ ਸਿੰਘਾਂ ਦੇ ਬਾਰੇ? ਐਕਚੁਅਲੀ ਦੱਸਾਂ ਕੀ ਹੈ ਜੀ, ਪ੍ਰਧਾਨ ਜੀ ਸਾਡੀ ਮੀਟਿੰਗ ਹੋਈ ਸੀ ਕੋਰ ਕਮੇਟੀ ਦੀ। ਐਕਚੁਅਲੀ ਰਾਸ਼ਟਰਪਤੀ ਦੀ ਚੋਣ ਜਿਹੜੀ ਹੈ ਬੜੀ ਵੱਡੀ ਚੋਣ ਹੁੰਦੀ ਹੈ। ਗੱਲ ਤਾਂ ਇਹ ਹੈ ਕਿ ਅਸੀਂ ਇਹ ਗੱਲ ਜ਼ਰੂਰ ਕਹੀ ਸੀ ਕਿ ਜਿਹੜੇ ਸਾਡੇ ਸਿੱਖਾਂ ਦੇ ਮਸਲੇ ਹੈ ਉਹਦੇ ਸੰਬੰਧ ਵਿੱਚ ਅਸੀਂ ਉਸੇ ਮਤਲਬ ਆਪਣੇ ਸੰਘਰਸ਼ ਵਿੱਚ ਹੈ, ਲੇਕਿਨ ਪ੍ਰਧਾਨ ਜੀ ਨੇ ਕਿਹਾ ਕਿ ਰਾਸ਼ਟਰਪਤੀ ਦੀ ਚੋਣ ਹੈ, ਸਾਡਾ ਫਰਜ਼ ਬਣਦਾ ਕਿ ਇਹਦੇ ਚੋਣ ਵਿੱਚ ਬਾਈਕਾਟ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਦੂਜੀ ਸਿਆਸੀ ਲੜਾਈ ਹੋਵੇ ਭਾਰਤੀ ਜਨਤਾ ਪਾਰਟੀ ਦੇ ਨਾਲ, ਫਿਰ ਕਹਿ ਸਕਦੇ ਕਿ ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਸੀ। ਰਾਸ਼ਟਰਪਤੀ ਸਾਰੇ ਦੇਸ਼ ਦਾ ਜਿਹਦਾ ਸਾਂਝਾ ਹੁੰਦਾ ਹੈ, ਉਹਦੇ ਕੋਲ ਅਸੀਂ ਆਵਾਜ਼ ਉਠਾ ਸਕਦੇ ਹਾਂ, ਔਰ ਉਹਨਾਂ ਨੂੰ ਕਿਹਾ ਵੀ ਇਹਨਾਂ ਨੇ ਜਾ ਕੇ ਕਿ ਸਾਡੇ ਮਸਲੇ ਜਿਹੜੇ ਹੈ ਉਹ ਜ਼ਰੂਰ ਸਰਕਾਰ ਨੂੰ ਕਹਿ ਕੇ ਤੁਸੀਂ ਹੱਲ ਕਰਾਓ ਜੀ। ਹੁਣ ਉਹ ਜਿਹੜੀ ਗੱਲ ਸੀਗੀ, ਦੇਖੋ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਵੋਟ 2 ਤੇ ਐਮਪੀਆਂ ਦੀ ਵੋਟ ਸੀ ਤੇ 3 ਐਮਐਲਏ ਦੀਆਂ ਸੀ, ਫੈਸਲਾ ਤਾਂ ਉਹਨਾਂ ਦਾ ਸੀਗਾ ਜਿਹਨਾਂ ਵੋਟ ਪਾਉਣੀ ਸੀ। ਸੋ ਮੈਂ ਸਮਝਦੀ ਹਾਂ ਕਿ ਇਹ ਤਾਂ ਸਰਕਾਰ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਗੱਲ ਤੇ ਸਿੱਖਾਂ ਦੇ ਮਸਲਿਆਂ ਦੀ ਹੈ। ਜੇ ਉਸ ਵੇਲੇ ਵੋਟ ਨਾ ਪਾਉਂਦੇ ਰਾਸ਼ਟਰਪਤੀ ਫਿਰ ਵੀ ਬਣ ਜਾਣੀ ਸੀ। ਉਹ ਲੇਡੀ ਜਿਹੜੀ ਸੀ ਇੱਕ ਤੇ ਬੜੇ ਪਛੜੇ ਵਰਗ ਵਿੱਚ ਸੰਬੰਧਿਤ ਸੀ, ਸ਼ਡਿਊਲ ਟਰਾਈਬ ਦੇ ਨਾਲ ਸੰਬੰਧਿਤ ਸੀ। ਇੱਕ ਥੋੜ੍ਹਾ ਜਿਹਾ ਮਹਿਸੂਸ ਕੀਤਾ ਕਿ ਚਲੋ ਇੱਕ ਔਰਤ ਹੈ ਜਿਹਨੂੰ ਇਹ ਮੌਕਾ ਮਿਲਿਆ ਕਿ ਦੇਸ਼ ਦੀ ਵੱਡੀ ਕੁਰਸੀ ਤੇ ਬੈਠ ਕੇ ਉਹ ਕੋਈ ਚੰਗੇ ਕੰਮ ਕਰ ਗਈ, ਔਰ ਬੜੀ ਉਹਦਾ ਜਿਹੜਾ ਪਿਛੋਕੜ ਸੀਗਾ ਬੜਾ ਮਤਲਬ ਬੜਾ ਜਿੱਦਾਂ ਕਹਿ ਲਓ ਕਿ ਵਧੀਆ ਢੰਗ ਦਾ ਸੀਗਾ। ਸੋ ਇਹ ਦੇਖ ਕੇ ਵੀ ਕੁਝ ਮਾਣ ਦਿੱਤਾ ਉਹਨਾਂ ਤਾਂ ਜਿਵੇਂ ਹੁਣ ਸ਼੍ਰੋਮਣੀ ਅਕਾਲੀ ਦਲ ਆ, ਅਕਾਲੀ ਦਲ ਕਿਸੇ ਵੇਲੇ ਪੰਜਾਬ ਦੀ ਜਿਹੜੀ
ਉਹ ਧਿਰ ਰਿਹਾ ਜਿਹਨੇ ਜੇ ਪੰਜਾਬ ਦੀ ਰਿਪਰੈਜ਼ੈਂਟੇਸ਼ਨ ਦਿਖਾਉਣੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਦਿਖਾਇਆ ਜਾਂਦਾ ਸੀ, ਪਰ ਅੱਜ 3 ਐਮਐਲਏ ਨੇ। ਉਸ ਤੋਂ ਬਾਅਦ ਵੀ ਬਹੁਤ ਸਾਰੇ ਲੀਡਰ ਛੱਡ ਕੇ ਜਾ ਰਹੇ ਨੇ। ਐਮਐਲਏ ਨੇ ਵੀ ਕਈ ਗੱਲਾਂ ਦੇ ਉੱਤੇ ਪ੍ਰਧਾਨ ਸਾਹਿਬ ਹੋਰਾਂ ਨਾਲ ਨਾਰਾਜ਼ਗੀ ਜ਼ਾਹਿਰ ਕੀਤੀ ਹੈ, ਤਾਂ ਮੌਜੂਦਾ ਦੌਰ ਦੇ ਵਿੱਚ ਕਈ ਲੀਡਰ ਨੇ ਉਹਨਾਂ ਦੀਆਂ ਬਾਗੀ ਸੁਰਾਂ ਵੀ ਆ ਰਹੀਆਂ ਨੇ। ਭਵਿੱਖ ਕੀ ਦੇਖਦੇ ਹੋ ਪਾਰਟੀ ਦਾ, ਕਿ ਇਹ ਪਾਰਟੀ ਆਪਣੇ ਦਮ ਦੇ ਉੱਤੇ ਪੰਜਾਬ ਦੇ ਵਿੱਚ ਸਰਵਾਈਵ ਕਰ ਪਾਊਗੀ? ਦੇਖੋ, ਸਾਰੀਆਂ ਪਾਰਟੀਆਂ ਵਿੱਚ ਇਸੇ ਤਰ੍ਹਾਂ ਹੀ ਹੁੰਦਾ ਹੈ। ਕਿਉਂਕਿ ਪਾਰਟੀਆਂ ਦੇ ਵਿੱਚ ਕੁਝ ਵਿਅਕਤੀ ਜਿਹੜੇ ਹੁੰਦੇ ਆ ਉਹ ਆਪਣੇ ਆਪਣੇ ਕੋਈ ਕੰਮਾਂ ਨਾਲ ਜੁੜਿਆ ਹੁੰਦਾ ਹੈ, ਕੋਈ ਆਪਣੀਆਂ ਕੁਰਸੀਆਂ ਨਾਲ ਜੁੜਿਆ ਹੁੰਦਾ ਹੈ। ਹਰ ਵਿਅਕਤੀ ਜਿਹੜਾ ਇੱਕ ਸੋਚਦਾ ਨਹੀਂ ਹੁੰਦਾ। ਪਾਰਟੀਆਂ ਸਾਰੀ ਜ਼ਿੰਦਗੀ ਕਿਤੇ ਸਾਰੇ ਸਾਲ ਉਹਨਾਂ ਦੀਆਂ ਸਰਕਾਰਾਂ ਵੀ ਨਹੀਂ ਬਣਦੀਆਂ। ਦੇਖਿਆ ਜਾਵੇ, ਸ਼੍ਰੋਮਣੀ ਅਕਾਲੀ ਦਲ ਤੇ ਸਰਕਾਰ ਬਣਾਉਣ ਵਾਸਤੇ ਤੁਰੀ ਨਹੀਂ ਸੀ। ਸ਼੍ਰੋਮਣੀ ਅਕਾਲੀ ਦਲ ਤੇ ਸਿੱਖਾਂ ਨੇ ਬਣਾਈ ਪਾਰਟੀ ਇਸ ਲਈ ਸੀ ਕਿ ਸੰਘਰਸ਼ ਕਰਨ ਜ਼ੁਲਮ ਦੇ ਖਿਲਾਫ, ਕੌਮ ਦੀ ਚੜ੍ਹਦੀ ਕਲਾ ਵਾਸਤੇ, ਗੁਰਧਾਮਾਂ ਦੀ ਧਰਮ ਦੀ ਰਾਖੀ ਕਰਨ ਵਾਸਤੇ ਵਾਰਡ ਬਣ ਕੇ ਕੰਮ ਕਰਨ, ਟਾਸਕ ਫੋਰਸ ਬਣ ਕੇ ਕੰਮ ਕਰਨ। ਲੇਕਿਨ ਦੁੱਖ ਦੀ ਗੱਲ ਹੈ ਕਿ ਅੱਜ ਲੋਕ ਉਸ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡਾ ਧੱਕਾ ਲਾਉਣਾ ਚਾਹੁੰਦੇ ਹੈ, ਜਿਹੜਾ ਸ਼੍ਰੋਮਣੀ ਅਕਾਲੀ ਦਲ ਕਦੀ ਪੰਜਾਬ ਦੇ ਪਾਣੀਆਂ ਲਈ ਲੜਦਾ, ਕਪੂਰੀ ਦਾ ਮੋਰਚਾ ਲੱਗਾ, ਫਿਰ ਬਾਅਦ ਵਿੱਚ ਉਹ ਪਾਣੀਆਂ ਦੀ ਲੜਾਈ ਲੜਦਾ ਅਖੀਰ ਦੇ ਉੱਤੇ ਆ ਕੇ ਕਿਸਾਨਾਂ ਨੂੰ ਸਾਰੀ ਜ਼ਮੀਨ ਵਾਪਸ ਕਰ ਦਿੰਦਾ ਹੈ ਕਿ ਅਸੀਂ ਇੱਥੇ ਪੱਟਣ ਹੀ ਨਹੀਂ ਦੇਣੀ ਲੈਣ। ਇੱਥੋਂ ਤੱਕ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ ਮਤਾ ਪਾ ਕੇ ਵਿਧਾਨ ਸਭਾ 'ਚ ਪਾਸ ਕੀਤਾ ਗਿਆ। ਕਦੀ BBMB ਭਾਖੜਾ ਨਹਿਰ ਭਾਖੜਾ ਡੈਮ ਦੀ ਗੱਲ ਆਈ ਹੈ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ, ਉਹਦੇ ਵਾਸਤੇ ਅਸੀਂ ਲੜਦੇ ਹਾਂ। ਕਦੀ ਅਸੀਂ ਆਪਣੇ ਹੱਕਾਂ ਦੇ ਸੰਬੰਧ ਵਿੱਚ ਸਰਕਾਰ ਦੇ ਨਾਲ ਸਮੇਂ ਦੇ ਨਾਲ ਚੰਡੀਗੜ੍ਹ ਪੰਜਾਬ ਦੇ ਕਰਕੇ ਰਾਜਧਾਨੀ ਹੈ ਦਿੱਤਾ ਜਾਵੇ। ਕਦੀ ਵਿਧਾਨ ਸਭਾ ਦੀ ਗੱਲ ਆਉਂਦੀ ਹੈ, ਕਦੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਗੱਲ ਆਉਂਦੀ ਹੈ, ਆ ਪੰਜਾਬ ਯੂਨੀਵਰਸਿਟੀ ਦੀ ਗੱਲ ਆਈ। ਇਸ ਵੇਲੇ ਦੀ ਮੌਜੂਦਾ ਸਰਕਾਰ ਨੇ ਸਾਰਾ ਕੁਝ ਕੇਂਦਰ ਦੀ ਝੋਲੀ 'ਚ ਪਾ ਦਿੱਤਾ। ਇਹ ਸ਼੍ਰੋਮਣੀ ਅਕਾਲੀ ਦਲ ਹੀ ਹੈ, ਫਿਰ ਵੀ ਡਟ ਕੇ ਖਲੋਂਦਾ। ਕਦੀ ਡਟ ਕੇ ਖਲੋਤੀ ਆਮ ਆਦਮੀ ਪਾਰਟੀ। ਸੋ ਮੈਂ ਸਮਝਦੀ ਸ਼੍ਰੋਮਣੀ ਅਕਾਲੀ ਦਲ ਨੂੰ ਸਰਕਾਰ ਨਾਲ ਇੰਨਾ ਮਤਲਬ ਨਹੀਂ ਹੈਗਾ। ਸਾਨੂੰ ਚਾਹੀਦਾ ਕਿ ਪੰਜਾਬ ਦੇ ਤੇ ਪੰਜਾਬੀਆਂ ਦੇ ਤੇ ਪੰਜਾਬੀ ਦੀ ਗੱਲ ਜਿਹੜੀ ਹੈ ਉਹ ਸਾਡੇ ਮਨ 'ਚ ਰਹਿਣੀ ਚਾਹੀਦੀ ਹੈ। ਸਿੱਖਾਂ ਦੀ ਗੱਲ ਸਾਡੇ ਵਿੱਚ ਰਹਿਣੀ ਚਾਹੀਦੀ, ਕਿਉਂਕਿ ਪੰਜਾਬ ਦੇ ਵਿੱਚ ਸਿੱਖਾਂ ਦੀ ਗੱਲ ਕਰਨ ਵਾਲੇ ਕੇਵਲ ਸ਼੍ਰੋਮਣੀ ਅਕਾਲੀ ਦਲ ਹੀ ਹੈ। ਧਰਮ ਦੀ ਗੱਲ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਹੀ ਹੈ। ਠੀਕ ਹੈ, ਅੱਜ ਸਾਡੇ ਜਿਹੜੇ ਕੁਝ ਵਰਕਰ ਕਹਿ ਲਓ, ਲੀਡਰ ਕਹਿ ਲਓ, ਥੋੜ੍ਹੇ ਜਿਹੇ ਮਾਯੂਸ ਨੇ ਕਿ ਸਾਡੇ ਬੜੀ ਨਮੋਸ਼ੀ ਜੀ ਹੋਈ ਹੈ। ਲੇਕਿਨ ਸ਼੍ਰੋਮਣੀ ਅਕਾਲੀ ਦਲ ਨੇ ਨਮੋਸ਼ੀਆਂ ਤੇ ਪਹਿਲੀ ਵੀ ਬੜੀ ਵਾਰੀ ਜਿਹੜਾ ਪਾਰਟੀ ਨੂੰ ਧੱਕਾ ਲੱਗਾ। 99 'ਚ ਤੁਸੀਂ ਦੇਖ ਲਓ, ਸਾਡਾ ਕੋਈ ਮੈਂਬਰ ਪਾਰਲੀਮੈਂਟ ਨਹੀਂ ਸੀ ਬਣਿਆ, ਜ਼ਮਾਨਤਾਂ ਜ਼ਬਤ ਹੋ ਗਈਆਂ ਸੀ। ਉਸ ਤੋਂ ਬਾਅਦ 97 ਦੇ ਵਿੱਚ ਕਿੱਡੀ ਸੋਹਣੀ ਸਰਕਾਰ ਬਣ ਗਈ ਸੀ, ਪੂਰੀ ਮਜ਼ਬੂਤੀ ਦੇ ਨਾਲ ਸਰਕਾਰ ਬਣੀ, ਪੂਰੀ ਮੈਜੋਰਟੀ ਨਾਲ ਸਰਕਾਰ ਬਣੀ। ਸੋ ਇਸ ਕਰਕੇ ਕਈ ਵਾਰੀ ਪਾਰਟੀਆਂ 'ਚ ਉਤਰਾਅ ਚੜ੍ਹਾਅ ਚੱਲਦਾ ਹੀ ਹੈ, ਲੇਕਿਨ ਪਾਰਟੀ ਦੇ ਹਰ ਸ਼ਖਸ ਜਿਹੜਾ ਮਹਿਸੂਸ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਤਕੜੀ ਰਹਿਣੀ ਚਾਹੀਦੀ। ਸ਼੍ਰੋਮਣੀ ਅਕਾਲੀ ਦਲ ਪੰਜਾਬੀ ਕਿਤੇ ਵੀ ਬੈਠਾ ਹੋਇਆ ਨਾ ਜੀ, ਕਿਤੇ ਮੈਂ ਇਹ ਮਾਣ ਨਾਲ ਕਹਿ ਸਕਦੀ ਹਾਂ, ਪੰਜਾਬੀ ਜਾਂ ਸਿੱਖ ਵਰਲਡ ਦੇ ਕਿਸੇ ਕੋਨੇ 'ਚ ਬੈਠਾ ਹੋਇਆ, ਹਰ ਸਿੱਖ ਦੇ ਵਿੱਚ ਮਨ ਵਿੱਚ ਦਰਦ ਹੈ, ਹਰ ਪੰਜਾਬੀ ਦੇ ਮਨ ਵਿੱਚ ਦਰਦ ਹੈ। ਔਰ ਸਾਨੂੰ ਟੈਲੀਫੋਨਾਂ ਦੇ ਉੱਤੇ ਕਹਿੰਦੇ ਆ ਕਿਤੇ ਵੇਖਿਓ ਸ਼੍ਰੋਮਣੀ ਅਕਾਲੀ ਦਲ ਮਰਨਾ ਚਾਹੀਦਾ, ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਨਾ ਹੋਵੇ। ਸ਼੍ਰੋਮਣੀ ਅਕਾਲੀ ਦਲ ਹੀ ਹੈ ਜਿਹੜੇ ਪੰਜਾਬ ਦੇ ਲੋਕਾਂ ਦਾ ਦਰਦ ਸਮਝ ਸਕਦਾ ਜੀ, ਕਿਉਂਕਿ ਉਹਨਾਂ ਦੇ ਅੰਦਰ ਦਰਦ ਹੈ ਪਾਰਟੀ ਵਾਸਤੇ। ਹਾਂ, ਸਾਡੇ 'ਚ ਕਮੀਆਂ ਹੋ ਸਕਦੀਆਂ, ਮੇਰੇ 'ਚ ਕਮੀ ਹੋ ਸਕਦੀ ਹੈ, ਕਿਸੇ ਲੀਡਰ 'ਚ ਕਮੀ ਹੋ ਸਕਦੀ ਹੈ, ਪਰ ਸਾਡੀ ਕਮੀ ਕਰਕੇ ਪਾਰਟੀ ਥੋੜ੍ਹਾ ਖਤਮ ਕਰ ਦੇਣੀ। ਪਾਰਟੀ ਤਾਂ ਤਕੜੀ ਰਹੇਗੀ ਤਾਂ ਹੀ ਸਾਡੀ ਗੱਲ ਹੋਏਗੀ ਨਾ। ਤਾਂ ਇਹ ਗੱਲਾਂ ਕੋਈ ਐਸੀ ਗੱਲ ਨਹੀਂ ਹੈ, ਠੀਕ ਹੋ ਜਾਏਗਾ ਆਪੇ। ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ, ਇੱਕ ਪੰਥਕ ਪਾਰਟੀ ਹੈ, ਤਾਂ ਮੌਜੂਦਾ ਸਾਰੇ ਲੀਡਰ ਇਹ ਵੀ ਕਹਿੰਦੇ ਨੇ ਕਿ ਅਸੀਂ ਪੰਥਕ ਨੁਮਾਇੰਦਗੀ ਕਰਦੇ ਹਾਂ। ਪੰਜਾਬੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਾਂ ਪੰਥਕ ਪਾਰਟੀ ਹੈ? ਕਿਉਂਕਿ 2007 ਦੇ ਵਿੱਚ ਮੋਗਾ ਕਾਨਫਰੰਸ ਹੋਈ, ਜਿਸ ਦੇ ਵਿੱਚ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਪਾਰਟੀ ਤੋਂ ਪੰਜਾਬੀ ਪਾਰਟੀ ਬਣਾ ਦਿੱਤਾ ਗਿਆ ਸੀ। ਤਾਂ ਹੁਣ ਰਿਪਰੈਜ਼ੈਂਟੇਸ਼ਨ ਪੰਥ ਦੀ ਹੋ ਰਹੀ ਹੈ ਜਾਂ ਪੰਜਾਬ ਦੀ ਹੋ ਰਹੀ ਹੈ ਜਾਂ ਪੰਜਾਬੀਆਂ ਦੀ ਹੋ ਰਹੀ ਹੈ? ਦੇਖੋ ਜੀ, ਗੱਲ ਇਹ ਹੈ, ਪੰਥ ਦੀ ਵੀ ਕਰਨੀ ਹੈ, ਪੰਜਾਬ ਦੀ ਵੀ ਕਰਨੀ। ਪੰਜਾਬ ਦੇ ਵਿੱਚ ਜਿੱਥੇ ਸਿੱਖ ਵਸਦੇ ਹੈ ਉੱਥੇ ਹਿੰਦੂ ਵੀ ਵਸਦੇ ਹੈ, ਮੁਸਲਮਾਨ ਵੀ ਵਸਦੇ ਹੈ, ਈਸਾਈ ਵੀ ਵਸਦੇ ਹੈ, ਬਾਕੀ ਸਾਰੇ ਧਰਮਾਂ ਦੇ ਲੋਕ ਵੀ ਵਸਦੇ ਹੈ। ਸ਼੍ਰੋਮਣੀ ਅਕਾਲੀ ਦਲ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਦਾ ਹੈ। ਪੰਜਾਬ ਦੀ ਡਿਵੈਲਪਮੈਂਟ ਵੀ ਕਰਨੀ ਹੈ, ਪੰਜਾਬੀਆਂ ਦਾ ਵੀ ਸੋਚਣਾ ਹੈ,
ਪੰਥ ਦਾ ਵੀ ਸੋਚਣਾ, ਉਹ ਸਾਡੀ ਡਿਊਟੀ ਹੈ। ਕਿਉਂਕਿ ਪੰਥ ਤਕੜਾ ਰਹੇ। ਇਹ ਠੀਕ ਹੈ ਕਿ ਉਹਨਾਂ ਧਰਮਾਂ ਨੂੰ ਸਨਮਾਨ ਦੇਣਾ ਸਾਡਾ ਹਰ ਸਿੱਖ ਦਾ ਫਰਜ਼ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਬਣੀ ਇਸੇ ਕਰਕੇ ਹੈ, ਗੁਰਧਾਮਾਂ ਦੀ ਸੇਵਾ ਸੰਭਾਲ, ਕਿ ਅਸੀਂ ਸਭਨਾਂ ਦੀ ਸੇਵਾ ਕਰ ਸਕੀਏ। ਕੋਈ ਉੱਥੇ ਆਵੇ, ਸਭ ਦਾ ਸਤਿਕਾਰ ਕੀਤਾ ਜਾਂਦਾ ਹੈ। ਕਿਸੇ ਪਾਰਟੀ ਦਾ ਹੋਵੇ, ਗੁਰੂ ਘਰ 'ਚ ਮੱਥਾ ਟੇਕਣ ਆਇਆ, ਸੇਵਾ ਕਰਨ ਆਇਆ, ਸਭਨਾਂ ਨੂੰ ਬਰਾਬਰ ਦਾ ਸਨਮਾਨ ਦਿੱਤਾ ਜਾਂਦਾ ਹੈ, ਕੋਈ ਵਿਤਕਰਾ ਨਹੀਂ। ਗੁਰੂ ਗ੍ਰੰਥ ਸਾਹਿਬ ਸਰਬੱਤ ਦੇ ਭਲੇ ਦੀ ਗੱਲ ਕਰਦੇ ਹੈ। ਗੁਰੂ ਗ੍ਰੰਥ ਸਾਹਿਬ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ ਵੋ ਦੀ ਗੱਲ ਕਰਦੇ ਹੈ। ਇਸ ਕਰਕੇ ਸਾਨੂੰ ਸਾਂਝੀ ਬਾਲਤਾ ਦਾ ਉਪਦੇਸ਼ ਲੈ ਕੇ ਚੱਲਣਾ ਪੈਂਦਾ। ਇਹ ਨਹੀਂ ਕਹਿਣਾ ਚਾਹੀਦਾ ਕਿ ਸ਼ਾਇਦ ਇਹ ਇਕੱਲੀ, ਠੀਕ ਹੈ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਨੇ ਬਣਾਇਆ ਸੀ ਕਿ ਇਹ ਸੰਘਰਸ਼ ਕਰੇ, ਜ਼ੁਲਮ ਦੇ ਖਿਲਾਫ ਲੜੇ, ਮਾਨਵਤਾ ਦੀ ਰਾਖੀ ਕਰੇ, ਮਨੁੱਖਤਾ ਦੇ ਦਰਦ ਨੂੰ ਪਛਾਣੇ, ਸਭਨਾਂ ਨੂੰ ਇੱਕੋ ਜਿਹਾ ਸਤਿਕਾਰ ਦੇਵੇ। ਜਦੋਂ ਇਹ ਇੱਕ ਰਾਜਨੀਤਿਕ ਪਾਰਟੀ ਹੈ, ਉਦੋਂ ਰਾਜਨੀਤਿਕ ਪਾਰਟੀ ਦੇ ਵਿੱਚ ਜਿੱਥੇ ਸਰਬੱਤ ਦਾ ਭਲਾ ਮੰਗਣਾ, ਸਰਬੱਤ ਦੀ ਸੇਵਾ ਕਰਨੀ ਹੈ, ਉੱਥੇ ਉਹਨਾਂ ਨੂੰ ਨਾਲ ਲੈ ਕੇ ਵੀ ਚੱਲਣਾ, ਉਹਨਾਂ ਦੀਆਂ ਮੁਸ਼ਕਲਾਂ ਨੂੰ ਵੀ ਸਮਝਣਾ। ਸੋ ਸਾਰੇ ਪੰਜਾਬ ਵਾਸੀਆਂ ਦਾ, ਸਾਰੇ ਪੰਜਾਬੀਆਂ ਦਾ ਦਰਦ ਸ਼੍ਰੋਮਣੀ ਅਕਾਲੀ ਦਲ ਲੈ ਕੇ ਚੱਲੇਗਾ, ਤਾਂ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤਿਕ ਪਾਰਟੀ ਕਾਮਯਾਬ ਹੋਏ। ਜੀ, ਅਖੀਰ ਦੇ ਵਿੱਚ ਮੈਂ ਜੋ ਚੰਡੀਗੜ੍ਹ ਯੂਨੀਵਰਸਿਟੀ ਦੀ ਘਟਨਾ ਵਾਪਰੀ ਹੈ ਉਹਦੇ ਤੁਹਾਡਾ ਕਮੈਂਟ ਲੈਣਾ ਚਾਹੁੰਦਾ ਕਿ ਉਸ ਘਟਨਾ ਦੇ ਵਿੱਚ ਇੱਕ ਔਰਤ ਹੋਣ ਦੇ ਨਾਤੇ ਤੁਸੀਂ ਉਸ ਘਟਨਾ ਨੂੰ ਕਿਵੇਂ ਦੇਖਦੇ ਹੋ, ਤੇ ਉਸ ਘਟਨਾ ਦਾ ਹੱਲ ਹੈ ਜਿਹੜਾ ਕੀ ਹੋਣਾ ਚਾਹੀਦਾ? ਜਿਹੜੀ ਕੱਲ੍ਹ ਹੋਈ ਜੀ, ਬਹੁਤ ਮਾੜੀ ਗੱਲ ਹੈ ਜੀ। ਅੱਜ ਸੋਸ਼ਲ ਮੀਡੀਆ ਦੇ ਉੱਤੇ ਇਸ ਤਰ੍ਹਾਂ ਦੇ ਜਦੋਂ ਘਟਨਾਵਾਂ ਹੁੰਦੀਆਂ, ਇਹ ਸਾਰਾ ਸਮਾਜ ਹਿੱਲ ਕੇ ਰਹਿ ਜਾਂਦਾ। ਜੀ, ਜਿਸ ਵੀ ਬੱਚੇ ਨੇ ਗਲਤੀ ਕੀਤੀ ਹੈ ਉਹਨੂੰ ਨਹੀਂ ਕਰਨੀ ਚਾਹੀਦੀ ਸੀ। ਇਹਨਾਂ ਗੱਲਾਂ ਤੋਂ ਅਸੀਂ ਬੱਚੀਆਂ ਖਾਸ ਕਰਕੇ ਸੁਚੇਤ ਹੋਈਏ, ਕਿਉਂਕਿ ਧੀ ਭੈਣ ਸਭ ਦੇ ਘਰ ਹੈ, ਅਸੀਂ ਸਾਰੀਆਂ ਇੱਕ ਹੈ। ਮੈਂ ਸਾਰੀਆਂ ਬੱਚੀਆਂ ਨੂੰ ਕਹਾਂਗੀ ਕਿ ਬੇਟਾ, ਜੇ ਤੁਸੀਂ ਆਪਸ ਵਿੱਚ ਤੁਹਾਡੀ ਸਹੇਲਪੁਣਾ ਵੀ ਹੈ, ਫਰੈਂਡਸ਼ਿਪ ਵੀ ਹੈ, ਤੁਸੀਂ ਹੱਸਦੀਆਂ ਵੀ ਹੋ, ਖੇਡਦੀਆਂ ਵੀ ਹੋ, ਫੋਟੋ ਵੀ ਖਿਚਾਉਂਦੀਆਂ, ਸਭ ਕੁਝ ਕਰਦੀਆਂ, ਲੇਕਿਨ ਆਪਣੀ ਭੈਣਾਂ ਇੱਕ ਦੂਜੇ ਦਾ ਕਮ ਸੇ ਕਮ ਸਤਿਕਾਰ ਮਾਣ ਕਰਨਾ ਸਿੱਖੀਏ। ਕਿੰਨਾ ਵੱਡਾ ਨੁਕਸਾਨ ਹੁੰਦਾ ਹੈ ਇੱਕ ਗਲਤੀ ਦੇ ਨਾਲ, ਕਿੰਨਾ ਵੱਡਾ ਨੁਕਸਾਨ ਇਸ ਵੇਲੇ ਹੋ ਰਿਹਾ। ਸਾਰੀ ਯੂਨੀਵਰਸਿਟੀ ਕੀ ਸਾਰੇ ਲੋਕ ਹਿੱਲ ਕੇ ਰਹਿ ਜਾਂਦੇ ਆ ਵੀ ਇਹ ਸਾਡੀਆਂ ਧੀਆਂ ਉੱਥੇ ਪੜ੍ਹਨ ਵਾਸਤੇ ਜਾਂਦੀਆਂ, ਸਾਡੀਆਂ ਬੱਚੀਆਂ ਦੀ ਜੇ ਰਾਖੀ ਅਸੀਂ ਹੀ ਨੁਕਸਾਨ ਕਰਾਂਗੇ ਤਾਂ ਫਿਰ ਸਾਡੀ ਰਾਖੀ ਕੌਣ ਕਰੇਗਾ? ਸੋ ਮੇਰੇ ਤੇ ਬੇਨਤੀ ਹੈ ਸਾਰੀਆਂ ਭੈਣਾਂ ਨੂੰ, ਸਾਰੀਆਂ ਬੱਚੀਆਂ ਨੂੰ, ਕਿਉਂਕਿ ਮੈਂ ਅਜੇ ਬਹੁਤੇ ਮਸਲੇ ਨੂੰ ਖੋਜਿਆ ਤਾਂ ਨਹੀਂ, ਪਰ ਮੈਨੂੰ ਜੋ ਪਤਾ ਲੱਗਾ ਕਿ ਇੱਕ ਬੱਚੀ ਵੱਲੋਂ ਹੀ ਇਹ ਕੀਤਾ ਗਿਆ ਜੀ, ਪਰ ਮੈਂ ਸਮਝਦੀ ਹਾਂ ਕਿ ਇਹ ਬਹੁਤ ਮਾੜੀ ਗੱਲ ਹੈ, ਇਹ ਨਿੰਦਣਯੋਗ ਹੈ। ਸਾਰੀਆਂ ਮੇਰੀਆਂ ਬੱਚੀਆਂ ਨੂੰ, ਮੇਰੀਆਂ ਭੈਣਾਂ ਨੂੰ, ਮੇਰੀਆਂ ਧੀਆਂ ਨੂੰ ਮੇਰੀ ਬੇਨਤੀ ਹੈ ਕਿ ਬੇਟਾ ਸੋਸ਼ਲ ਮੀਡੀਆ ਦੀ ਮਿਸਯੂਜ਼ ਨਾ ਕਰੀਏ, ਸੋਸ਼ਲ ਮੀਡੀਆ ਨੂੰ ਇਸ ਢੰਗ ਨਾਲ ਨਾ ਵਰਤੀਏ ਕਿ ਅਸੀਂ ਉਹਦਾ ਸ਼ੋਸ਼ਣ ਹੋ ਜਾਵੇ ਸਾਡਾ। ਸਾਨੂੰ ਇੱਕ ਦੂਜੇ ਦੀ ਇੱਜ਼ਤ ਜਿਹੜੀ ਹੈ, ਸਭ ਦੀ ਇੱਜ਼ਤ ਸਮਝ ਕੇ ਤੁਰਨਾ ਚਾਹੀਦਾ, ਇਕੱਠਿਆਂ ਰਹਿ ਕੇ ਪਿਆਰ ਦੀ ਗਲਵੱਕੜੀ ਪਾ ਕੇ ਤੁਰਨਾ ਚਾਹੀਦਾ। ਆਪਣੀ ਇੱਜ਼ਤ ਨੂੰ ਆਪਾਂ ਦੁਨੀਆ 'ਚ ਫੈਲਾਉਣਾ ਹੈ, ਗਰਾਉਣਾ ਨਹੀਂ। ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਮਿਹਰਬਾਨੀ ਜੀ, ਵਾਹਿਗੁਰੂ ਜੀ ਕਾ ਗੱਲਬਾਤ ਖਾਲਸਾ। ਕੀਤੀ ਹੈ ਬੀਬੀ ਜਗੀਰ ਕੌਰ ਜੀ ਦੇ ਨਾਲ। ਤਾਂ ਉਹਨਾਂ ਨੇ ਉਹ तमाम ਸਵਾਲਾਂ ਦੇ ਜਵਾਬ ਦਿੱਤੇ ਨੇ ਜਿਹੜੇ ਸਵਾਲ ਅਕਸਰ ਲੋਕਾਂ ਦੇ ਰਹਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਜਾਂ SGPC ਦੇ ਸਾਹਮਣੇ। ਤਾਂ ਉਹਨਾਂ ਦਾ ਕਹਿਣਾ ਇਹੀ ਹੈ ਕਿ ਜੇਕਰ ਪੰਜਾਬ ਜਾਂ ਪੰਥ ਨੂੰ ਬਚਾਉਣਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਸੁਰਜੀਤ ਰਹਿਣਾ ਬੜਾ ਜ਼ਰੂਰੀ ਹੈ, ਅਤੇ ਸ਼੍ਰੋਮਣੀ ਅਕਾਲੀ ਦਲ ਅਤੇ SGPC ਹਮੇਸ਼ਾ ਪੰਥ ਦੀ ਚੜ੍ਹਦੀ ਕਲਾ ਦੇ ਲਈ ਕੰਮ ਕੀਤਾ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਯਤਨਸ਼ੀਲ ਨੇ। ਤਾਂ ਤੁਸੀਂ ਦੇਖਦੇ ਰਹੋ ਪੰਜਾਬ KTV। ਮੈਨੂੰ ਮਨਦੀਪ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।